ਤੁਸੀਂ ਸੁਣ ਰਹੇ ਹੋ ਭਾਈ ਦਲਜੀਤ ਸਿੰਘ ਬਿੱਟੂ ਦੀ ਲਿਖਤ ਖਾੜਕੂ ਸੰਘਰਸ਼ ਦੀ ਸਾਖੀ ਭਾਗ ਦੂਜਾ ਸਿਦਕਾਂ ਵਾਲੇ ਨਕਸ਼। 14ਵੇਂ ਭਾਗ ਵਿੱਚ ਸੁਣੋ ਸੁਰਿੰਦਰ ਸਿੰਘ ਸ਼ਿੰਦਾ ਫਗਵਾੜੇ ਵਾਲਾ ਅਤੇ ਜਰਨਲ ਨਰਿੰਦਰ ਸਿੰਘ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੁਰਿੰਦਰ ਸਿੰਘ ਸ਼ਿੰਦਾ ਫਗਵਾੜੇ ਵਾਲਾ। SP ਸੰਤਾ ਸਿੰਘ ਦਾ ਪਰਿਵਾਰ ਫਗਵਾੜੇ ਰਹਿੰਦਾ ਸੀ ਅਤੇ ਇਹਨਾਂ ਦਾ ਕੈਨੇਡਾ ਵਿੱਚ ਵੀ ਵਸੇਬਾ ਸੀ। ਬਾਅਦ ਵਿੱਚ ਸ਼ਾਇਦ ਸਾਰਾ ਪਰਿਵਾਰ ਹੀ ਕੈਨੇਡਾ ਚਲਿਆ ਗਿਆ। ਉਹਨਾਂ ਦਾ ਪੁੱਤਰ ਜੋ ਸ਼ਿੰਦਾ ਦੇ ਨਾਂ ਨਾਲ ਮਸ਼ਹੂਰ ਸੀ, ਸ਼ਾਇਦ ਪੂਰਾ ਨਾਮ ਸੁਰਿੰਦਰ ਸਿੰਘ ਸੀ। ਮੈਂ ਮੁੜ ਕੇ ਉਸ ਨੂੰ ਕਦੀ ਨਹੀਂ ਮਿਲਿਆ, ਪਰ ਉਸ ਬਾਰੇ ਕਈ ਬੰਦਿਆਂ ਕੋਲੋਂ ਗੱਲਾਂ ਸੁਣੀਆਂ। ਸੰਨ 1984 ਵੇਲੇ ਇਹ ਫਗਵਾੜੇ ਦੇ ਇਲਾਕੇ ਦਾ ਇੱਕ ਪ੍ਰਸਿੱਧ ਪਰਿਵਾਰ ਸੀ ਅਤੇ ਹਰ ਕੋਈ ਜਾਣਦਾ ਸੀ ਕਿ ਉਹ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਨਜ਼ਦੀਕੀ ਹਨ। ਸ਼ਿੰਦਾ ਬੜਾ ਹੀ ਦਰਸ਼ਨੀ ਜਵਾਨ ਸੀ। 6 ਫੁੱਟ ਤੋਂ ਉੱਚਾ ਕੱਦ ਅਤੇ ਭਰਵਾਂ ਤੇ ਤਾਕਤਵਰ ਸਰੀਰ, ਖੁੱਲ੍ਹਾ ਕਾਲਾ ਦਾੜਾ ਛਾਤੀ ਤੱਕ ਆਉਂਦਾ ਸੀ। ਇਸ ਦਾ ਦਰਬਾਰ ਸਾਹਿਬ ਵਿੱਚ ਸੰਤਾਂ ਕੋਲ ਆਉਣ ਜਾਣ ਸੀ ਤੇ ਮਨਵੀਰ ਸਿੰਘ ਚਹੇੜੂ, ਸੁਰਿੰਦਰ ਸਿੰਘ ਸੋਢੀ ਹੋਰਾਂ ਨਾਲ ਸੰਬੰਧ ਸੀ। ਸੰਨ 1983 ਵਿੱਚ ਜਦੋਂ ਧਰਮ ਯੁੱਧ ਮੋਰਚੇ ਵੱਲੋਂ ਪੰਜਾਬ ਵਿੱਚ ਰਸਤਾ ਰੋਕੋ ਮੋਰਚੇ ਦਾ ਸੱਦਾ ਦਿੱਤਾ ਗਿਆ ਤਾਂ ਉਸ ਦਿਨ ਸਾਰਾ ਪੰਜਾਬ ਬੰਦ ਹੋ ਗਿਆ। ਬੰਦ ਦੀ ਸਫਲਤਾ ਨੂੰ ਨਾ ਸਹਾਰਦੇ ਹੋਏ ਸਰਕਾਰ ਨੇ 2 ਥਾਈਂ ਰਸਤਾ ਰੋਕਣ ਵਾਲੇ ਸਿੰਘਾਂ ਤੇ ਗੋਲੀ ਚਲਾ ਦਿੱਤੀ ਅਤੇ 20 ਦੇ ਕਰੀਬ ਸਿੰਘਾਂ ਨੂੰ ਮਲੇਰਕੋਟਲੇ ਵਿਖੇ ਸ਼ਹੀਦ ਕਰ ਦਿੱਤਾ ਅਤੇ 4 ਸਿੰਘਾਂ ਨੂੰ ਫਗਵਾੜੇ GT ਰੋਡ ਤੇ ਸ਼ਹੀਦ ਕਰ ਦਿੱਤਾ। ਫਗਵਾੜੇ ਵਾਲੇ ਧਰਨੇ ਵਿੱਚ ਸ਼ਿੰਦਾ ਵੀ ਮੌਜੂਦ ਸੀ। ਫਗਵਾੜੇ ਵਿੱਚ ਗੋਲੀ ਦਾ ਹੁਕਮ DSP ਸ਼ਰਧਾ ਰਾਮ ਨੇ ਦਿੱਤਾ ਸੀ। ਸ਼ਿੰਦੇ ਨੇ ਇਕੱਲਿਆਂ ਹੀ ਆਪਣੀ ਜੀਪ ਤੇ ਜਾ ਕੇ ਲਾਇਸੈਂਸੀ ਦੁਨਾਲੀ ਬੰਦੂਕ ਨਾਲ DSP ਸ਼ਰਧਾ ਰਾਮ ਨੂੰ ਉਸ ਦੇ ਦਫ਼ਤਰ ਵਿੱਚ ਗੋਲੀ ਮਾਰ ਦਿੱਤੀ ਸੀ। ਇਸ ਦਲੇਰਾਨਾ ਕਾਰਵਾਈ ਨਾਲ ਸਰਕਾਰ ਹਿੱਲ ਗਈ ਸੀ ਅਤੇ ਉਸ ਤੋਂ ਬਾਅਦ ਸ਼ਿੰਦੇ ਨੂੰ ਰੂਹ-ਪੋਸ਼ ਹੋਣਾ ਪੈ ਗਿਆ। ਕਿਵੇਂ ਨਾ ਕਿਵੇਂ ਘਰ ਵਾਲਿਆਂ ਨੇ ਉਸ ਨੂੰ ਪਰਿਵਾਰ ਸਮੇਤ ਕੈਨੇਡਾ ਘੱਲ ਦਿੱਤਾ। ਇਸ ਤਰ੍ਹਾਂ ਇੱਕ ਹੋਰ ਅਫਸਰ SDM ਧੁੱਗਾ ਮੈਨੂੰ ਯਾਦ ਆਉਂਦਾ ਹੈ, ਜਿਸ ਨੇ ਮਲੇਰਕੋਟਲੇ ਵਿੱਚ ਗੋਲੀ ਚਲਾਉਣ ਦਾ ਹੁਕਮ ਦੇ ਦਿੱਤਾ ਸੀ। ਇਹ ਪਿੰਡ ਧੁੱਗਾ ਜ਼ਿਲ੍ਹਾ ਸੰਗਰੂਰ ਦਾ ਰਹਿਣ ਵਾਲਾ ਸੀ ਅਤੇ ਸਿੰਘਾਂ ਦੇ ਮੁੱਖ ਨਿਸ਼ਾਨੇ 'ਤੇ ਸੀ। ਉਸ ਦਾ ਬੇਟਾ ਮੇਰੇ ਨਾਲ ਲੁਧਿਆਣੇ ਸਕੂਲ ਵਿੱਚ ਪੜ੍ਹਦਾ ਸੀ ਅਤੇ ਬਾਅਦ ਵਿੱਚ ਸਰਕਾਰੀ ਕਾਲਜ ਲੁਧਿਆਣੇ ਵੀ ਪੜ੍ਹਦਾ ਰਿਹਾ। ਉਸ ਨੂੰ ਉਸ ਦਾ ਪਿਓ ਕਾਲਜ ਮਿਲਣ ਆਇਆ ਕਰਦਾ ਸੀ ਅਤੇ ਉਹਦੇ ਨਾਲ ਬੜੀ ਸੁਰੱਖਿਆ ਹੁੰਦੀ ਸੀ, ਪਰ ਉਸ ਵਕਤ ਸਾਨੂੰ ਇਸ ਬਾਰੇ ਪਤਾ ਨਹੀਂ ਸੀ। 1984 ਤੋਂ ਬਾਅਦ ਜਦੋਂ ਖਾੜਕੂ ਸੰਘਰਸ਼ ਹੋਰ ਸਰਗਰਮ ਹੋ ਗਿਆ ਅਤੇ ਮਨਵੀਰ ਸਿੰਘ ਚਹੇੜੂ ਖਾਲਿਸਤਾਨ ਕਮਾਂਡੋ ਫੋਰਸ ਦਾ ਜਨਰਲ ਬਣ ਗਿਆ ਤਾਂ ਸ਼ਿੰਦਾ ਫਿਰ ਕਿਸੇ ਫਰਜ਼ੀ ਪਾਸਪੋਰਟ 'ਤੇ ਇੱਧਰ ਆ ਗਿਆ। ਇੱਥੇ ਖਾਲਿਸਤਾਨ ਕਮਾਂਡੋ ਫੋਰਸ ਨਾਲ ਕੁਝ ਕੰਮ ਕੀਤੇ। ਕਿਸੇ ਤਰ੍ਹਾਂ ਸਵਰਨ ਘੋਟ ਨੇ SP ਨੇ ਉਸ ਨੂੰ ਫੜ ਲਿਆ, ਪਰ ਕਿਉਂਕਿ ਉਹ ਉਸ ਦੇ ਉਸਤਾਦ ਸੰਤਾ ਸਿੰਘ ਦਾ ਬੇਟਾ ਸੀ, ਉਸ ਨੂੰ ਇਸ ਸ਼ਰਤ 'ਤੇ ਛੱਡ ਦਿੱਤਾ ਕਿ ਤੂੰ ਮੁੜ ਕੇ ਇੱਧਰ ਨਹੀਂ ਆਵੇਂਗਾ। ਇਸ ਤਰ੍ਹਾਂ ਉਹ ਫਿਰ ਕੈਨੇਡਾ ਚਲਿਆ ਗਿਆ। ਪਰ ਯੋਧੇ ਲਈ ਜੰਗ ਦੇ ਮੈਦਾਨ ਤੋਂ ਦੂਰ ਰਹਿਣਾ ਬੜਾ ਮੁਸ਼ਕਲ ਹੁੰਦਾ ਹੈ। ਉਹ ਫਿਰ ਕੋਈ ਉਪਾਅ ਕਰਕੇ ਇੱਧਰ ਆ ਗਿਆ। ਇਸ ਵਕਤ ਸਵਰਨ ਘੋਟਨੇ ਦਾ ਖਾਸ ਕੈਟ ਹਰਜਿੰਦਰ ਪੱਪੂ ਅਜੜਾਮ ਦੁਆਬੇ ਵਿੱਚ ਸਰਗਰਮ ਸੀ ਅਤੇ ਫਗਵਾੜਾ ਉਸ ਦਾ ਮੁੱਖ ਕੇਂਦਰ ਸੀ। ਪੁਲਿਸ ਨੇ ਉਸ ਨੂੰ ਖੁੱਲ੍ਹੀਆਂ ਤਾਕਤਾਂ ਦੇ ਰੱਖੀਆਂ ਸਨ। ਉਸ ਨਾਲ 10 ਬੰਦੇ CRPF ਦੇ ਤਾਇਨਾਤ ਸਨ ਅਤੇ ਇੰਨੇ ਹੀ ਪੁਲਿਸ ਵਾਲੇ ਅਤੇ ਹੋਰ ਹਥਿਆਰਬੰਦ ਬੰਦੇ ਹੁੰਦੇ ਸਨ। ਇਹ ਇੱਕ ਤਕੜੀ ਟੋਲੀ ਸੀ ਜੋ ਸਿੰਘਾਂ ਖਿਲਾਫ ਸਦਾ ਹੀ ਸਰਗਰਮ ਰਹਿੰਦੀ ਸੀ। ਇੱਥੇ ਆ ਕੇ ਸ਼ਿੰਦੇ ਨੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਸਵਰਨ ਸਿੰਘ ਨਾਲ ਸੰਪਰਕ ਕੀਤਾ। ਮੈਨੂੰ ਬਾਬਾ ਸੁਰਿੰਦਰ ਸਿੰਘ ਅਤੇ ਸਰਵਣ ਸਿੰਘ ਮਿਲੇ ਅਤੇ ਉਹਨਾਂ ਨੇ ਦੱਸਿਆ ਕਿ ਇਸ ਤਰ੍ਹਾਂ ਇੱਕ ਸਿੰਘ ਮਿਲਣਾ ਚਾਹੁੰਦਾ ਹੈ। ਮੈਂ ਉਹਨਾਂ ਨੂੰ ਉਸ ਬਾਰੇ ਸਭ ਕੁਝ ਦੱਸਿਆ ਅਤੇ ਕਿਹਾ ਚੜ੍ਹਦੀ ਕਲਾ ਵਾਲਾ ਸਿੰਘ ਹੈ, ਉਸ ਨੂੰ ਸੰਭਾਲ ਲਓ ਅਤੇ ਆਪਾਂ ਕਿਸੇ ਹੋਰ ਦਿਨ ਮਿਲਾਂਗੇ। ਇਸ ਤੋਂ ਬਾਅਦ ਉਹਨਾਂ ਨੇ ਉੱਥੇ ਕਈ ਕੰਮ ਕੀਤੇ, ਜਿਨ੍ਹਾਂ ਵਿੱਚ ਸ਼ਿਵ ਸੈਨਾ ਲੀਡਰ ਜਲੋਟੇ 'ਤੇ ਹਮਲਾ, ਫਗਵਾੜੇ ਲਾਗੇ CRPF ਕੈਂਪ 'ਤੇ ਹਮਲਾ। ਕੁਝ ਮਹੀਨਿਆਂ ਬਾਅਦ ਬਾਬਾ ਸੁਰਿੰਦਰ ਸਿੰਘ ਮਿਲਿਆ ਤਾਂ ਉਸ ਨੇ ਦੱਸਿਆ ਕਿ ਉਹ ਬਹੁਤ ਚੜ੍ਹਦੀ ਕਲਾ ਵਾਲਾ ਸਿੰਘ ਹੈ। ਸ਼ਿਵ ਸੈਨਾ ਦਾ ਆਗੂ ਜਲੋਟਾ ਸੰਘਰਸ਼ ਖਿਲਾਫ ਬਹੁਤ ਸਰਗਰਮ ਸੀ। ਉਸ ਨੂੰ ਇਹਨਾਂ ਸਿੰਘਾਂ ਨੇ ਫਗਵਾੜਾ ਸ਼ਹਿਰ ਵਿੱਚ ਹੀ 3 ਸਿਪਾਹੀਆਂ ਸਮੇਤ ਘੇਰ ਕੇ ਮਾਰਿਆ। ਬੰਗੇ CIA ਸਟਾਫ ਵਿੱਚ ਇੱਕ ਬੜਾ ਜ਼ਾਲਮ ਥਾਣੇਦਾਰ ਲੱਗਿਆ ਹੋਇਆ ਸੀ। ਸਾਰਾ ਇਲਾਕਾ ਉਸ ਤੋਂ ਦੁਖੀ ਸੀ। ਸ਼ਿੰਦੇ ਨੇ ਰਾਤ ਦੇ ਵਕਤ ਇਕੱਲਿਆਂ ਹੀ
ਉਸ ਨੂੰ CIA ਸਟਾਫ ਦੇ ਬਾਹਰ ਮਾਰ ਦਿੱਤਾ ਸੀ ਅਤੇ ਆਪ ਬਚ ਨਿਕਲਿਆ ਸੀ। ਉਹ ਸਦਾ ਆਪਣੇ ਕੋਲ ਪਿਸਤੌਲ ਅਤੇ ਅਸਾਲਟ ਰੱਖਦਾ ਸੀ। ਉਹ ਇਕੱਲਾ ਹੀ ਕੰਮ ਕਰਨਾ ਪਸੰਦ ਕਰਦਾ ਸੀ। ਮੇਰੀ ਉਸ ਨਾਲ ਮੁਲਾਕਾਤ ਨਹੀਂ ਹੋ ਸਕੀ, ਪਰ ਸਵਰਨ ਸਿੰਘ ਹੋਰੀ ਉਸ ਦੇ ਸੁਭਾਅ ਬਾਰੇ ਅਤੇ ਦਲੇਰੀ ਬਾਰੇ ਬਹੁਤ ਗੱਲਾਂ ਕਰਦੇ ਹੁੰਦੇ ਸਨ। ਉਸ ਦੇ ਵਾਪਸ ਜਾਣ ਦਾ ਸਮਾਂ ਹੋ ਗਿਆ ਸੀ ਅਤੇ ਇਹਨਾਂ ਸਿੰਘਾਂ ਨੇ ਉਸ ਨੂੰ ਵਾਪਸ ਜਾਣ ਲਈ ਕਿਹਾ, ਪਰ ਉਸ ਕੋਲ ਹਰਜਿੰਦਰ ਪੱਪੂ ਅਜੜਾਮ ਬਾਰੇ ਕੋਈ ਸੂਹ ਸੀ, ਜਿਸ ਰਾਹੀਂ ਉਹ ਉਸ ਦਾ ਕੰਮ ਕਰਨਾ ਚਾਹੁੰਦਾ ਸੀ ਅਤੇ ਇਸ 'ਤੇ ਲੱਗਿਆ ਹੋਇਆ ਸੀ। ਸਵਰਨ ਘੋਟਨੇ ਅਤੇ ਪੱਪੂ ਨੂੰ ਵੀ ਪਤਾ ਲੱਗ ਚੁੱਕਾ ਸੀ ਕਿ ਸ਼ਿੰਦਾ ਇੱਥੇ ਹੈ ਅਤੇ ਉਹ ਵੀ ਉਸ ਨੂੰ ਲੱਭ ਰਹੇ ਸਨ। ਫਗਵਾੜੇ ਇਲਾਕੇ ਵਿੱਚ ਦੋਨੋਂ ਹੀ ਇੱਕ ਦੂਜੇ ਨੂੰ ਲੱਭ ਰਹੇ ਸਨ। ਰੱਬ ਦਾ ਭਾਣਾ ਕੁਝ ਇਸ ਤਰ੍ਹਾਂ ਸੀ ਕਿ ਪੱਪੂ ਨੇ ਉਸ ਨੂੰ ਪਹਿਲਾਂ ਲੱਭ ਲਿਆ। ਸ਼ਿੰਦਾ ਸਰਹਿੰਦ ਰੇਲਵੇ ਸਟੇਸ਼ਨ ਤੋਂ ਗੱਡੀ ਵਿੱਚੋਂ ਫੜ ਲਿਆ, ਸਵਰਨ ਘੋਟਨੇ ਕੋਲ ਲਿਆ ਕੇ ਉਸ ਨੂੰ ਸ਼ਹੀਦ ਕਰ ਦਿੱਤਾ। ਸ਼ਿੰਦੇ ਦੀ ਦਾਸਤਾਨ ਉਸ ਯੋਧੇ ਦੀ ਦਾਸਤਾਨ ਹੈ ਜੋ ਵਾਰ-ਵਾਰ ਜੰਗ ਵਿੱਚ ਆ ਕੁੱਦਦਾ ਹੈ। ਉਸ ਦੇ ਕਰੀਬੀ ਉਸ ਨੂੰ ਫਿਰ ਦੂਰ ਲੈ ਜਾਂਦੇ ਹਨ, ਪਰ ਜੰਗ ਉਸ ਨੂੰ ਫਿਰ ਖਿੱਚ ਪਾਉਂਦਾ ਹੈ ਅਤੇ ਆਖਰ ਉਹ ਆਪਣੇ ਅੰਜਾਮ ਤੱਕ ਪਹੁੰਚ ਜਾਂਦਾ ਹੈ। ਜਨਰਲ ਨਰਿੰਦਰ ਸਿੰਘ ਸੰਨ 1983 ਵਿੱਚ ਚੰਡੀਗੜ੍ਹ ਵਾਲੀ ਅਣਜਾਣ ਮਿਲਣੀ ਪਿੱਛੋਂ ਇੱਕ ਸ਼ਖਸੀਅਤ ਜਿਸ ਨੂੰ ਬਾਅਦ ਵਿੱਚ ਮਿਲਣਾ ਨਸੀਬ ਹੋਇਆ ਸੀ, ਉਹ ਮੇਜਰ ਜਨਰਲ ਨਰਿੰਦਰ ਸਿੰਘ ਸੀ। ਸੰਨ 1984 ਤੋਂ ਲੈ ਕੇ ਸੰਨ 1992 ਤੱਕ ਇਹਨਾਂ ਨਾਲ ਕਿਤੇ ਨਾ ਕਿਤੇ ਮੁਲਾਕਾਤ ਹੁੰਦੀ ਰਹਿੰਦੀ ਸੀ। ਜਨਰਲ ਸੁਬੇਗ ਸਿੰਘ ਵਾਂਗ ਇਹ ਵੀ ਭਾਰਤੀ ਫੌਜ ਦੇ ਮੰਨੇ ਪ੍ਰਮੰਨੇ ਜਰਨੈਲ ਸਨ, ਜਿਨ੍ਹਾਂ ਨੂੰ ਨਿਧੜਕ ਜੰਗੀ ਜਰਨੈਲ ਵਜੋਂ ਜਾਣਿਆ ਜਾਂਦਾ ਸੀ। ਇਹਨਾਂ ਦੋਵਾਂ ਸ਼ਖਸੀਅਤਾਂ ਦੀਆਂ ਫੌਜ ਦੀ ਨੌਕਰੀ ਵੇਲੇ ਦੀਆਂ ਅਨੇਕਾਂ ਗੱਲਾਂ ਕਥਾ ਕਹਾਣੀਆਂ ਵਾਂਗ ਪ੍ਰਚਲਿਤ ਸਨ। ਦੋਵੇਂ ਹੀ ਆਪਣੇ ਪੇਸ਼ੇ ਵਿੱਚ ਬਹੁਤ ਮਾਹਰ ਸਨ ਅਤੇ ਜੰਗਾਂ ਵਿੱਚ ਬਹੁਤ ਨਾਮ ਕਮਾਇਆ ਸੀ। ਜਨਰਲ ਸੁਬੇਗ ਸਿੰਘ ਦੇ ਤਾਂ ਦੁਬਾਰਾ ਦਰਸ਼ਨ ਨਸੀਬ ਨਹੀਂ ਹੋਏ, ਪਰ ਜਨਰਲ ਨਰਿੰਦਰ ਸਿੰਘ ਹੋਰਾਂ ਤੋਂ ਭਾਰਤੀ ਫੌਜ ਦੇ ਜੰਗਾਂ ਯੁੱਧਾਂ ਦੀ ਬਹੁਤ ਵਿਥਿਆ ਸੁਣੀ। ਜਦੋਂ ਉਹ ਕੋਈ ਜੰਗ ਦੀ ਗੱਲ ਸੁਣਾਉਂਦੇ ਤਾਂ ਇੰਜ ਲੱਗਦਾ ਸੀ ਜਿਵੇਂ ਵਾਕਈ ਹੀ ਜੰਗ ਹੋ ਰਿਹਾ ਹੈ। ਉਹਨਾਂ ਦੀਆਂ ਟਿੱਪਣੀਆਂ ਅਤੇ ਨਿਰਣੇ ਬੜੇ ਠੋਸ ਅਤੇ ਜ਼ਬਰਦਸਤ ਹੁੰਦੇ ਸਨ। ਜਨਰਲ ਸੁਬੇਗ ਸਿੰਘ ਵਾਂਗ ਇਹ ਵੀ ਮਾਝੇ ਦੇ ਹੀ ਸਨ। ਬੀੜ ਬਾਬਾ ਬੁੱਢਾ ਸਾਹਿਬ ਕੋਲ ਪਿੰਡ ਠੱਠਾ ਦੇ ਜੰਮਪਲ ਸਨ। ਇਹਨਾਂ ਦੀ ਰਿਹਾਇਸ਼ ਚੰਡੀਗੜ੍ਹ ਸੀ ਅਤੇ ਸ਼ਾਇਦ ਇਹਨਾਂ ਦੇ ਬੇਟੇ ਵੀ ਫੌਜ ਵਿੱਚ ਸਨ। ਇਹ ਘਰ ਪੰਥ ਦਰਦੀਆਂ, ਮਨੁੱਖੀ ਹੱਕਾਂ ਅਤੇ ਰਾਜਨੀਤਕ ਗਤੀਵਿਧੀਆਂ ਦਾ ਕੇਂਦਰ ਸੀ। ਮੈਂ ਇੱਕ ਵਾਰ ਇਹਨਾਂ ਦੇ ਘਰ ਗਿਆ ਸੀ। ਅਸੀਂ ਆਮ ਤੌਰ 'ਤੇ ਉਹੋ ਜਿਹੀ ਥਾਂ 'ਤੇ ਨਹੀਂ ਜਾਂਦੇ ਸੀ ਜਿੱਥੇ ਪੰਥਕ ਸਰਗਰਮੀਆਂ ਦਾ ਕੇਂਦਰ ਹੋਵੇ ਅਤੇ ਪੰਜਾਬ ਪੁਲਿਸ ਦੀ ਨਜ਼ਰ ਹੋਵੇ, ਪਰ ਗੱਲ ਇਸ ਤਰ੍ਹਾਂ ਹੋਈ ਕਿ ਸੰਨ 1987 ਵਿੱਚ ਹਰਜਿੰਦਰ ਸਿੰਘ ਜਿੰਦਾ ਅਤੇ ਮੈਂ ਸੈਕਟਰ 18D ਦੇ ਬਾਜ਼ਾਰ ਵਿੱਚ ਦੁਪਹਿਰ ਦੀ ਰੋਟੀ ਖਾਣ ਜਾ ਰਹੇ ਸੀ ਤੇ ਸਾਨੂੰ ਜਨਰਲ ਨਰਿੰਦਰ ਸਿੰਘ ਉੱਥੋਂ ਦੀ ਲੰਘਦੇ ਮਿਲ ਗਏ। ਉਹਨਾਂ ਨੇ ਹੈਰਾਨੀ ਅਤੇ ਫਿਕਰ ਵਿੱਚ ਕਿਹਾ ਕਿ ਇੱਥੇ ਕੀ ਕਰਦੇ ਹੋ? ਅਸੀਂ ਹੱਸ ਕੇ ਕਿਹਾ ਕਿ ਪ੍ਰਸ਼ਾਦਾ ਛਕਣ ਆਏ ਹਾਂ। ਅਸੀਂ ਇਹ ਨਹੀਂ ਦੱਸਿਆ ਕਿ ਸਾਡੀ ਠਾਹਰ ਬਿਲਕੁਲ ਨੇੜੇ ਹੈ। ਉਹਨਾਂ ਨੇ ਹੁਕਮ ਦਿੱਤਾ ਕਿ ਮੇਰੀ ਗੱਡੀ ਵਿੱਚ ਬੈਠੋ। ਉਹ ਸਾਨੂੰ ਆਪਣੇ ਘਰ ਲੈ ਗਏ ਅਤੇ ਘਰ ਵਾਲਿਆਂ ਨੂੰ ਪਤਾ ਨਹੀਂ ਸਾਡੇ ਬਾਰੇ ਕੀ ਦੱਸਿਆ ਅਤੇ ਅਸੀਂ ਤਿੰਨਾਂ ਨੇ ਬਹੁਤ ਹੀ ਸਵਾਦ ਖਾਣਾ ਖਾਧਾ। ਉਸ ਵਕਤ ਅਸੀਂ ਦੋਵੇਂ ਘੋਣ-ਮੋਹਨ ਸੀ। ਅਸੀਂ ਜਦੋਂ ਵੀ ਉਹਨਾਂ ਨੂੰ ਮਿਲੇ, ਅਸੀਂ ਤੋਂ ਮੁਰਾਦ ਕਿ ਜਿਹੜਾ ਵੀ ਖਾੜਕੂ ਸਿੰਘ ਉਹਨਾਂ ਨੂੰ ਮਿਲਿਆ, ਉਹਨਾਂ ਨੇ ਸਦਾ ਹੀ ਆਪਣੇ ਬੱਚਿਆਂ ਵਾਂਗ ਵਰਤਾਓ ਕੀਤਾ। ਸਾਨੂੰ ਵੀ ਸਦਾ ਉਹ ਪਿਓ ਵਾਂਗ ਹੀ ਲੱਗਦੇ ਸੀ, ਪਰ ਨਿਯਮਾਂ ਦੇ ਪਾਬੰਦ ਅਤੇ ਜ਼ਿੰਮੇਵਾਰ ਸਨ। ਦਰਬਾਰ ਸਾਹਿਬ 'ਤੇ ਹਮਲੇ ਤੋਂ ਪਹਿਲਾਂ ਹੀ ਉਹ ਜਨਰਲ ਸੁਬੇਗ ਸਿੰਘ ਵਾਂਗ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਕੋਲ ਆਉਣ ਜਾਣ ਲੱਗ ਪਏ। ਸਿੱਖ ਸਟੂਡੈਂਟ ਫੈਡਰੇਸ਼ਨ ਦੇ ਸਮਾਗਮਾਂ ਵਿੱਚ ਵੀ ਹਿੱਸਾ ਲੈਣ ਲੱਗ ਪਏ ਸਨ। ਸੰਤਾਂ ਕੋਲ ਜਾਣ ਵੇਲੇ ਫੌਜੀ ਜਰਨੈਲਾਂ ਵਿੱਚ ਜਨਰਲ ਸੁਬੇਗ ਸਿੰਘ ਤੋਂ ਬਾਅਦ ਇਹਨਾਂ ਦਾ ਵੱਡਾ ਨਾਂ ਸੀ। ਉਹਨਾਂ ਦਾ ਮਾਣ ਸਤਿਕਾਰ ਸੀ। ਉਸ ਵਕਤ ਉਹਨਾਂ ਦੀ ਉਮਰ 75 ਸਾਲ ਤੋਂ ਉੱਪਰ ਦੀ ਹੋਵੇਗੀ। ਸ਼ਾਇਦ ਉਹ ਜਨਰਲ ਸੁਬੇਗ ਸਿੰਘ ਤੋਂ ਵੱਡੇ ਸਨ। ਉਹ ਕਈ ਵਾਰ ਪੰਥ ਦੇ ਕਿਰਦਾਰਾਂ ਅਤੇ ਪੰਥ ਦੀ ਸਥਿਤੀ 'ਤੇ ਬੜੇ ਗੁੱਸੇ ਵਿੱਚ ਆ ਜਾਂਦੇ ਸੀ। ਉਹਨਾਂ ਦਾ ਬੜਾ ਸਪਸ਼ਟ ਨਿਰਣਾ ਸੀ ਕਿ ਦੁਸ਼ਮਣ ਜਾਂ ਗਦਾਰ ਨੂੰ ਕਦੇ ਕੋਈ ਢਿੱਲ ਨਹੀਂ ਦੇਣੀ। ਵਿਪਰਵਾਦੀ ਮਾਨਸਿਕਤਾ ਨੂੰ ਚੰਗੀ ਤਰ੍ਹਾਂ ਸਮਝਦੇ ਸੀ ਅਤੇ ਅਕਾਲੀਆਂ ਜਾਂ ਹੋਰ ਸੱਤਾ ਕਾਰਨ ਚੋਣਾਂ ਲੜਨ ਵਾਲਿਆਂ ਪ੍ਰਤੀ ਉਹਨਾਂ ਦਾ ਰਵੱਈਆ ਬੜਾ ਸਖਤ ਸੀ। ਉਹਨਾਂ ਦੀ ਡਾਕਟਰ ਸੋਹਣ ਸਿੰਘ ਨਾਲ ਬੜੀ ਦੋਸਤੀ ਸੀ ਅਤੇ ਡਾਕਟਰ ਸੋਹਣ ਸਿੰਘ ਦਾ ਇਹਨਾਂ 'ਤੇ ਬਹੁਤ ਪ੍ਰਭਾਵ ਸੀ। ਵਿਪਰਵਾਦੀ ਦੁਸ਼ਮਣ, ਗਦਾਰ ਜਾਂ ਚੋਣਾਂ ਵਾਲੇ ਅਕਾਲੀਆਂ ਪ੍ਰਤੀ ਦੋਵੇਂ ਹੀ ਇੱਕੋ ਜਿਹਾ ਹੀ ਰਵੱਈਆ ਰੱਖਦੇ ਸੀ।
ਦੋਵੇਂ ਸਿੱਖ ਰਾਜ ਦੇ ਸਭ ਤੋਂ ਵੱਡੇ ਮੁਦਈ ਸਨ। ਖਾਲਿਸਤਾਨ ਜਾਂ ਸੁਤੰਤਰ ਸਿੱਖ ਰਾਜ ਉਹਨਾਂ ਦੇ ਖੂਨ ਵਿੱਚ ਰਚਿਆ ਹੋਇਆ ਸੀ। ਉਹ ਮੰਨਦੇ ਸਨ ਕਿ ਸਾਨੂੰ ਰਾਜ ਗੁਰੂ ਨੇ ਦਿੱਤਾ ਹੈ ਅਤੇ ਇਹੀ ਸਾਡੇ ਰਾਜ ਕਰਨ ਦੀ ਵਾਜਬੀਅਤ ਹੈ। ਕਈ ਵਾਰ ਅਸੀਂ ਇਹਨਾਂ ਕੋਲ ਚਲੇ ਜਾਂਦੇ ਅਤੇ ਕਈ ਵਾਰ ਇਹ ਸਾਨੂੰ ਆਪਣੇ ਕੋਲ ਸੱਦ ਲੈਂਦੇ ਸਨ। ਇਹਨਾਂ ਨੂੰ ਕੋਈ 15-20 ਵਾਰ ਮਿਲਿਆ ਹੋਵਾਂਗਾ, ਕਈ ਵਾਰ ਘੰਟੇ ਲਈ ਅਤੇ 2 ਕੁ ਵਾਰ ਪੂਰੇ ਦਿਨ ਲਈ। ਇਹਨਾਂ ਨੂੰ ਅਸੀਂ ਗਿਆਨੀ ਬਲਦੇਵ ਸਿੰਘ ਲੁਧਿਆਣਾ, ਮਦਨ ਸਿੰਘ ਤਰਨਤਾਰਨ ਅਤੇ ਕੁਝ ਹੋਰ ਬੰਦਿਆਂ ਰਾਹੀਂ ਮਿਲਦੇ ਰਹਿੰਦੇ ਸੀ। ਮਦਨ ਸਿੰਘ ਪਿੰਡ ਠੱਠੇ ਤੋਂ ਇਹਨਾਂ ਦਾ ਸਕਾ ਭਤੀਜਾ ਸੀ ਅਤੇ ਉਹ ਖਾਲਿਸਤਾਨ ਕਮਾਂਡੋ ਫੋਰਸ ਦਾ ਜ਼ਿੰਮੇਵਾਰ ਅਤੇ ਸਤਿਕਾਰਤ ਸਿੰਘ ਸੀ, ਪਰ ਉਹ ਕਦੀ ਜੰਗ ਵਿੱਚ ਨਹੀਂ ਗਿਆ ਅਤੇ ਘਰੇ ਹੀ ਰਹਿੰਦਾ ਸੀ। 1992 ਵਿੱਚ ਇਸ ਨੂੰ ਜ਼ਾਲਮ ਅਜੀਤ ਸਿੰਘ ਸੰਧੂ ਨੇ ਸ਼ਹੀਦ ਕਰ ਦਿੱਤਾ। ਜਨਰਲ ਨਰਿੰਦਰ ਸਿੰਘ ਜ਼ਿਆਦਾਤਰ ਆਪਣੀ ਅਸਮਾਨੀ ਰੰਗ ਦੀ ਫੀਅਟ ਗੱਡੀ ਵਿੱਚ ਹੀ ਆਇਆ ਕਰਦੇ ਸੀ। ਉਹ ਪੰਜਾਬ ਵਿੱਚ ਸੰਘਰਸ਼ ਪੱਖੀ ਗਤੀਵਿਧੀਆਂ ਜਾਂ ਮਨੁੱਖੀ ਅਧਿਕਾਰ ਜਥੇਬੰਦੀਆਂ ਨਾਲ ਵੀ ਜੁੜੇ ਹੋਏ ਸੀ। ਸਾਡੇ ਉਹ ਇੱਕ ਤਰ੍ਹਾਂ ਦੇ ਅਣ-ਐਲਾਨੇ ਸਲਾਹਕਾਰ ਸੀ। ਉਹ ਆਜ਼ਾਦੀ ਅਤੇ ਸਿੱਖ ਰਾਜ ਦੇ ਮੁੱਢ ਕਦੀਮ ਤੋਂ ਹੀ ਪੈਰੋਕਾਰ ਸੀ। ਫੌਜ ਵਿੱਚ ਵੀ ਉਹਨਾਂ ਦੀਆਂ ਜਿੱਤਾਂ ਪਿੱਛੇ ਖਾਲਸਾ ਭਾਵਨਾ ਹੀ ਕੰਮ ਕਰਦੀ ਸੀ। ਸੰਤ ਜੀ ਨੂੰ ਉਹ ਗੁਰੂ ਵੱਲੋਂ ਭੇਜਿਆ ਹੋਇਆ ਆਗੂ ਸਮਝਦੇ ਸੀ। ਭਾਰਤੀ ਹਕੂਮਤ ਅਤੇ ਵਿਪਰ ਨੂੰ ਬਹੁਤ ਬਰੀਕੀ ਨਾਲ ਸਮਝਦੇ ਸਨ। ਇਸ ਨੂੰ ਢਹਿ ਢੇਰੀ ਕਰਨ ਵਿੱਚ ਹੀ ਸਰਬੱਤ ਦਾ ਭਲਾ ਮੰਨਦੇ ਸੀ। ਉਹ ਸਾਰੇ ਨੌਜਵਾਨਾਂ ਨਾਲ ਇੱਕ ਪਿਓ ਵਾਂਗ ਪਿਆਰ ਕਰਦੇ ਸੀ ਅਤੇ ਉਹਨਾਂ ਦਾ ਫਿਕਰ ਵੀ ਕਰਦੇ ਸੀ। ਉਹ ਸਿੰਘਾਂ ਦੇ ਭੋਗਾਂ ਅਤੇ ਕਚਹਿਰੀਆਂ ਵਿੱਚ ਉਹਨਾਂ ਦੀ ਮੁਲਾਕਾਤ ਨੂੰ ਜਾਇਆ ਕਰਦੇ ਸੀ। ਉਹਨਾਂ ਨੇ ਜਦੋਂ ਵੀ ਮਿਲਣਾ ਇਹੋ ਹੀ ਕਹਿਣਾ ਕਿ ਤੁਸੀਂ ਆਪਣਾ ਖਿਆਲ ਰੱਖੋ, ਅਸੀਂ ਤੁਹਾਡੇ ਨਾਲ ਹੀ ਜੀਉ ਰਹੇ ਹਾਂ, ਤੁਸੀਂ ਮੁੱਕਣੇ ਨਹੀਂ ਚਾਹੀਦੇ। ਇਹਨਾਂ ਨੂੰ ਸਮਝਾਓ ਕਿ ਹਰ ਮੁੱਛ ਫੁੱਟ ਨੌਜਵਾਨ ਹੀ ਬੰਦੂਕ ਫੜੀ ਜਾ ਰਿਹਾ ਹੈ। ਇਹ ਕੋਈ ਗੁਰੀਲਾ ਜੰਗ ਦਾ ਤਰੀਕਾ ਨਹੀਂ। ਸਾਡੀ ਜ਼ਮੀਨ ਮੈਦਾਨੀ ਹੈ ਅਤੇ ਕੋਈ ਜੰਗਲ ਨਹੀਂ। ਜਿੰਨੇ ਥੋੜ੍ਹੇ ਹੋਵੋਗੇ ਬਿਹਤਰ ਲੁਕ ਸਕੋਗੇ। ਫਿਰ ਉਹ ਲੁੱਟ ਖੋਹ ਕਰਨ ਵਾਲਿਆਂ, ਚਿੱਠੀਆਂ ਪਾਉਣ ਵਾਲਿਆਂ ਅਤੇ ਬੇਵਜ੍ਹਾ ਗੋਲੀ ਚਲਾਉਣ ਵਾਲਿਆਂ ਤੋਂ ਬਹੁਤ ਪਰੇਸ਼ਾਨ ਸਨ। ਮੈਨੂੰ ਬੋਲ ਯਾਦ ਹਨ ਕਿ ਇਹਨਾਂ ਲੁਟੇਰਿਆਂ ਨੂੰ ਕਾਬੂ ਕਰੋ, ਇਹ ਦੁਸ਼ਮਣ ਨਾਲੋਂ ਵੀ ਮਾਰੂ ਹਨ। ਤੁਹਾਡਾ ਜੰਗਲ ਤੁਹਾਡੇ ਲੋਕ ਹਨ, ਉਹਨਾਂ ਦਾ ਵਿਸ਼ਵਾਸ ਨਾ ਟੁੱਟਣ ਦਿਓ। ਕਿਸੇ ਚੜ੍ਹਦੀ ਕਲਾ ਵਾਲੇ ਕਾਰਨਾਮੇ 'ਤੇ ਬਹੁਤ ਖੁਸ਼ ਹੁੰਦੇ ਸੀ। ਜਨਰਲ ਵੈਦਿਆ ਨੂੰ ਮਾਰਨ ਤੋਂ ਬਾਅਦ ਜਦੋਂ ਮੈਂ ਹਰਜਿੰਦਰ ਸਿੰਘ ਜਿੰਦਾ ਅਤੇ ਚਾਚਾ ਮਥਰਾ ਸਿੰਘ ਉਹਨਾਂ ਨੂੰ ਮੋਹਾਲੀ ਵਿਖੇ ਮਿਲੇ ਤਾਂ ਉਹਨਾਂ ਦੇ ਮਿੱਤਰ ਡਾਕਟਰ ਸੋਹਣ ਸਿੰਘ ਅਤੇ ਡਾਕਟਰ ਕਰਨੈਲ ਸਿੰਘ ਵੀ ਨਾਲ ਸਨ। ਇਹਨਾਂ ਨੇ ਪਹਿਲਾਂ ਤੋਂ ਹੀ ਸਾਡੇ ਲਈ ਲੱਡੂ ਅਤੇ ਹੋਰ ਮਠਿਆਈ ਮੰਗਵਾ ਰੱਖੀ ਸੀ। ਸਾਨੂੰ ਬੜੇ ਪਿਆਰ ਨਾਲ ਮਿਲੇ ਅਤੇ ਡਾਕਟਰ ਸੋਹਣ ਸਿੰਘ ਅਤੇ ਜਨਰਲ ਨਰਿੰਦਰ ਸਿੰਘ ਨੇ ਜਿੰਦੇ ਦਾ ਮੱਥਾ ਚੁੰਮਿਆ ਅਤੇ ਕਿਹਾ ਕਿ ਇਹਨੂੰ ਕਹਿੰਦੇ ਆ ਕੰਮ, ਪੰਥ ਦੀ ਪੱਥ ਰੱਖ ਲਈ। ਸਾਨੂੰ ਬੁੱਢਿਆਂ ਨੂੰ ਵੀ ਜਵਾਨ ਕਰ ਦਿੱਤਾ। ਫਿਰ ਜਨਰਲ ਨਰਿੰਦਰ ਸਿੰਘ ਨੇ ਆਪਣੇ ਅੰਦਾਜ਼ ਵਿੱਚ ਕਹਿਣਾ ਸ਼ੁਰੂ ਕੀਤਾ ਕਿ ਫੌਜ ਦੇ ਮੁਖੀ ਦਾ ਕਤਲ ਬਿਲਕੁਲ ਵਾਜਬ ਹੈ। ਇਹ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਫੌਜੀ ਸਰਕਾਰ ਦਾ ਹੁਕਮ ਨਹੀਂ ਟਾਲ ਸਕਦੇ। ਜਿਹੜਾ ਹੁਕਮ ਹੀ ਧਰਮ ਅਤੇ ਮਨੁੱਖਤਾ ਦੇ ਖਿਲਾਫ ਹੋਵੇ ਅਤੇ ਸੰਵਿਧਾਨ ਦੇ ਵੀ ਖਿਲਾਫ ਹੋਵੇ, ਉਹਨੂੰ ਮੰਨਣਾ ਜ਼ਰੂਰੀ ਨਹੀਂ ਹੈ। ਜਨਰਲ ਵੈਦਿਆ ਤੋਂ ਪਹਿਲਾਂ ਜਨਰਲ S.K. ਸਿਨਹਾ ਅਤੇ ਜਨਰਲ ਜਮਵਾਲ ਨੇ ਸਰਕਾਰ ਨੂੰ ਹਮਲਾ ਨਾ ਕਰਨ ਦੀ ਸਲਾਹ ਦਿੱਤੀ ਸੀ। ਜਨਰਲ ਵੈਦਿਆ ਅਤੇ ਕੁਲਦੀਪ ਬਰਾੜ ਵਰਗੇ ਅਫਸਰ ਹੁਕਮ ਮੰਨਣ ਦੇ ਪਰਦੇ ਹੇਠ ਆਪਣੀ ਤਰੱਕੀ, ਸ਼ੋਹਰਤ ਅਤੇ ਪੁੱਠੀ ਸੋਚ ਨੂੰ ਪੱਠੇ ਪਾ ਰਹੇ ਹੁੰਦੇ ਹਨ। ਜਨਰਲ ਵੈਦਿਆ ਨੂੰ ਫੌਜ ਮੁਖੀ ਬਣਾਉਣ ਵੇਲੇ ਇਸ ਤੋਂ ਹੋਰ ਪੁਰਾਣੇ ਜਨਰਲ ਨੂੰ ਪਿੱਛੇ ਛੱਡ ਕੇ ਇਸ ਕਰਕੇ ਬਣਾਇਆ ਕਿਉਂਕਿ ਇੰਦਰਾ ਗਾਂਧੀ ਦਾ ਹੱਥ ਠੋਕਾ ਬਣਨ ਲਈ ਤਿਆਰ ਸੀ। ਉਹਨਾਂ ਦੇ ਨਾਲ ਲੱਗਦੇ ਹੀ ਬੜੇ ਗੁੱਸੇ ਤੇ ਤਿਰਸਕਾਰ 'ਚ ਕਿਹਾ ਕਿ ਇਹ ਜਿਹੜਾ ਕੁਲਦੀਪ ਬਰਾੜ ਹੈ ਉਹ ਜਨਰਲ ਵੈਦਿਆ ਨਾਲੋਂ ਵੀ ਜ਼ਿਆਦਾ ਕਸੂਰਵਾਰ ਹੈ। ਅਸੀਂ ਉਹਨਾਂ ਨੂੰ ਦੱਸਿਆ ਕਿ ਕਿਵੇਂ ਅਸੀਂ ਕੁਝ ਮਹੀਨੇ ਪਹਿਲਾਂ ਬਰਾੜ ਦੇ ਬਿਲਕੁਲ ਨੇੜੇ ਪਹੁੰਚ ਗਏ ਸੀ ਅਤੇ ਅਚਾਨਕ ਸਾਡਾ ਦਿੱਲੀ ਵਿਚਲਾ ਸਾਰਾ ਢਾਂਚਾ ਉਖੜ ਗਿਆ ਅਤੇ ਅਸੀਂ ਪੂਨੇ ਵੱਲ ਨੂੰ ਚਾਲੇ ਪਾ ਦਿੱਤੇ। ਦੋਵੇਂ ਹੀ ਡਾਕਟਰ ਅਤੇ ਜਨਰਲ ਇਹ ਸੁਣ ਕੇ ਬੜੇ ਹੈਰਾਨ ਹੋਏ ਅਤੇ ਖੁਸ਼ ਵੀ ਹੋਏ। ਡਾਕਟਰ ਸੋਹਣ ਸਿੰਘ ਤਾਂ ਕਾਫੀ ਚਿਰ ਹੈਰਾਨਗੀ ਵਿੱਚ ਹੀ ਸਾਡੇ ਵੱਲ ਵੇਖਦੇ ਰਹੇ ਅਤੇ ਫਿਰ ਕਿਹਾ ਕਿ ਜਿਨਕੀ ਚੀਰੀ ਦਰਗਾਹ ਪਾਟੀ ਤਿੰਨਾਂ ਮਰਨਾ ਪਾਈ। ਆਉਣ ਲੱਗਿਆਂ ਫਿਰ ਜਨਰਲ ਨਰਿੰਦਰ ਸਿੰਘ ਨੇ ਜਿੰਦੇ ਦੇ ਮੋਢੇ 'ਤੇ ਥਾਪੀ ਦਿੱਤੀ ਅਤੇ ਕਿਹਾ ਕਿ ਤੂੰ ਸਾਡੇ ਮਾਝੇ ਦਾ ਜਰਨੈਲ ਹੈ। ਫਿਰ ਅਸੀਂ ਚਲੇ ਗਏ। ਡਾਕਟਰ ਸੋਹਣ ਸਿੰਘ ਅਤੇ ਜਨਰਲ ਨਰਿੰਦਰ ਸਿੰਘ ਦੋਵੇਂ ਮਾਝੇ ਦੇ ਸਨ ਅਤੇ ਡਾਕਟਰ ਕਰਨੈਲ ਸਿੰਘ ਗਰੇਵਾਲ ਲੁਧਿਆਣੇ ਦੇ ਸਨ। ਇਸ ਗੱਲ 'ਤੇ ਹਾਸਾ ਹੋ ਗਿਆ ਕਿ ਸਿੰਘਾਂ ਵਿੱਚ ਇਲਾਕਾਵਾਦ ਨਹੀਂ ਚਾਹੀਦਾ। ਡਾਕਟਰ ਗਰੇਵਾਲ ਨੇ ਹੱਸ ਕੇ ਕਿਹਾ ਕਿ ਇਹ ਕੋਈ ਇਲਾਕੇ ਦਾ ਮਾਣ ਨਹੀਂ, ਇਹ ਤਾਂ ਉਹੋ ਜਿਹਾ ਮਾਣ ਹੈ ਜਿਹੋ ਜਿਹਾ ਆਪਣੇ ਪਿੰਡ 'ਤੇ ਹੁੰਦਾ ਹੈ
ਦਿਲ ਨੂੰ ਚੰਗਾ ਲੱਗਦਾ ਹੈ। ਜਨਰਲ ਨਰਿੰਦਰ ਸਿੰਘ ਦਾ ਦਿਲ ਜਿੱਤ ਜਾਂ ਮੌਤ ਦੇ ਲੜ ਲੱਗ ਰਹੇ ਨੌਜਵਾਨਾਂ ਪ੍ਰਤੀ ਕਿਸ ਤਰ੍ਹਾਂ ਧੜਕਦਾ ਸੀ, ਇਹਦੇ ਬਾਰੇ ਮੈਨੂੰ ਉਹਨਾਂ ਦੇ ਅੱਖਾਂ 'ਚੋਂ ਵਗਦੇ ਅਥਰੂਆਂ ਰਾਹੀਂ ਯਾਦ ਆਉਂਦਾ ਹੈ। ਇੱਕ ਵਾਰ ਅੰਮ੍ਰਿਤਸਰ ਨੇੜੇ ਜਥੇਬੰਦੀਆਂ ਦੀ ਬੈਠਕ ਸੀ ਅਤੇ ਮੈਂ ਤੇ ਭਾਈ ਕੰਵਰਜੀਤ ਸਿੰਘ ਸੁਲਤਾਨਵਿੰਡ ਕੋਲ ਠਹਿਰਿਆ ਹੋਇਆ ਸੀ। ਨਿਰਮਲ ਸਿੰਘ ਮੀਆਂਵਿੰਡ, ਬਾਬਾ ਬਲਵਿੰਦਰ ਸਿੰਘ, ਹਰਮਿੰਦਰ ਸਿੰਘ ਸੁਲਤਾਨਵਿੰਡ ਅਤੇ ਹੋਰ ਕਈ ਜਥੇਬੰਦੀਆਂ ਦੇ ਸਿੰਘ ਸਨ। ਡਾਕਟਰ ਸੋਹਣ ਸਿੰਘ ਵੀ ਸਾਡੇ ਨਾਲ ਸਨ। ਸ਼ਾਮ ਨੂੰ ਮਦਨ ਸਿੰਘ ਜਨਰਲ ਨਰਿੰਦਰ ਸਿੰਘ ਹੋਰਾਂ ਨੂੰ ਵੀ ਉੱਥੇ ਹੀ ਲੈ ਆਇਆ। ਉਸ ਰਾਤ ਜਨਰਲ ਨਰਿੰਦਰ ਸਿੰਘ ਨੇ ਆਪਣੇ ਫੌਜੀ ਜੀਵਨ ਬਾਰੇ ਬਹੁਤ ਗੱਲਾਂ ਸੁਣਾਈਆਂ। ਅਗਲੇ ਦਿਨ ਸਵੇਰੇ ਮੈਨੂੰ ਤੇ ਡਾਕਟਰ ਸੋਹਣ ਸਿੰਘ ਨੂੰ ਸ਼ਹਿਰ ਛੱਡਣ ਲਈ ਕੰਵਰਜੀਤ ਸਿੰਘ ਸੁਲਤਾਨਵਿੰਡ ਦਾ ਭਾਣਜਾ ਸੁਖਦੇਵ ਸਿੰਘ ਲਿੱਟੇ ਅਤੇ ਇੱਕ ਨੌਜਵਾਨ ਆਏ। ਸੁਖਦੇਵ ਸਿੰਘ ਆਮ ਕੱਦ ਦਾ ਬੜਾ ਸੁਨੱਖਾ ਅਤੇ ਦਲੇਰ ਨੌਜਵਾਨ ਸੀ। ਉਸ ਦਾ ਰੰਗ ਗੋਰਾ ਤੇ ਲਾਲੀ ਇਸ ਤਰ੍ਹਾਂ ਸੀ ਜਿਵੇਂ ਚਿਹਰੇ 'ਚੋਂ ਖੂਨ ਦਾ ਸੇਕ ਆ ਰਿਹਾ ਹੋਵੇ। ਉਸ ਵਕਤ ਉਹ ਰੂਹ-ਪੋਸ਼ ਹੋ ਚੁੱਕਿਆ ਸੀ। ਉਸ ਦੀ ਉਮਰ ਕੋਈ 23 ਕੁ ਸਾਲ ਸੀ। ਉਹਦੇ ਨਾਲ ਇੱਕ 17-18 ਸਾਲ ਦਾ ਬਹੁਤਾ ਪਤਲਾ, ਲੰਬਾ ਤੇ ਬਹੁਤ ਹੀ ਸੁਨੱਖਾ ਨੌਜਵਾਨ ਸੀ। ਉਸ ਦਾ ਚਿਹਰਾ ਵੀ ਚਮਕਦਾ ਸੀ। ਇਹ ਵੀਰ ਥੋੜ੍ਹਾ ਸਮਾਂ ਪਹਿਲਾਂ ਹੀ ਰੂਹ-ਪੋਸ਼ ਹੋਇਆ ਸੀ। ਦੋਵਾਂ ਨੇ ਜੀਨ ਦੀਆਂ ਪੈਂਟਾਂ ਤੇ ਜੈਕਟਾਂ ਪਾਈਆਂ ਹੋਈਆਂ ਸਨ ਅਤੇ ਡੱਬ ਵਿੱਚ ਪਿਸਤੌਲ ਸਨ। ਦੋਵਾਂ ਦੇ ਪੇਚਦਾਰ ਪੱਗਾਂ ਬੰਨ੍ਹੀਆਂ ਹੋਈਆਂ ਸਨ। ਛੋਟੇ ਨੌਜਵਾਨ ਨੇ ਕੇਸਰੀ ਦਸਤਾਰ ਸਜਾਈ ਸੀ। ਦੋਵੇਂ ਹੀ ਜਦੋਂ ਬੈਠਕ ਵਿੱਚ ਦਾਖਲ ਹੋਏ ਤਾਂ ਬਹੁਤ ਸੋਹਣੇ ਲੱਗ ਰਹੇ ਸੀ। ਉਸ ਵਕਤ ਉੱਥੇ ਡਾਕਟਰ ਸੋਹਣ ਸਿੰਘ, ਜਨਰਲ ਨਰਿੰਦਰ ਸਿੰਘ, ਕੰਵਰਜੀਤ ਸਿੰਘ ਅਤੇ ਨਿਰਮਲ ਸਿੰਘ ਬੈਠੇ ਚਾਹ ਛਕ ਰਹੇ ਸਨ। ਇਹ ਦੋਵੇਂ ਜਵਾਨ ਚਮਕਦੀਆਂ ਸ਼ਮਸ਼ੀਰਾਂ ਵਾਂਗ ਅਸਰ ਪਾ ਰਹੇ ਸੀ। ਉਹਨਾਂ ਨੇ ਸਤਿਕਾਰ ਨਾਲ ਬਜ਼ੁਰਗਾਂ ਦੇ ਪੈਰੀਂ ਹੱਥ ਲਾਇਆ ਅਤੇ ਸਾਨੂੰ ਫਤਿਹ ਬੁਲਾਈ। ਡਾਕਟਰ ਸੋਹਣ ਸਿੰਘ ਅਤੇ ਜਨਰਲ ਨਰਿੰਦਰ ਸਿੰਘ ਉਹਨਾਂ ਤੋਂ ਬਹੁਤ ਪ੍ਰਭਾਵਿਤ ਹੋਏ। ਜਨਰਲ ਨਰਿੰਦਰ ਸਿੰਘ ਨੇ ਕੋਲ ਖੜੇ ਉਹਨਾਂ ਦੇ ਸਿਰ 'ਤੇ ਅਸੀਸਾਂ ਲਈ ਹੱਥ ਰੱਖਿਆ। ਕੰਵਰਜੀਤ ਸਿੰਘ ਸੁਲਤਾਨਵਿੰਡ ਨੇ ਕਿਹਾ, ਇਹ ਬਹੁਤ ਰੋਕਣ ਦੇ ਬਾਵਜੂਦ ਵੀ ਜੰਗੀ ਹੋ ਗਏ ਹਨ। ਇਹਨਾਂ ਨੇ ਸਾਡੀ ਕੋਈ ਗੱਲ ਨਹੀਂ ਮੰਨੀ। ਇਹਨਾਂ ਦੇ ਘਰ ਵਾਲੇ ਸਾਡੇ ਬਾਰੇ ਕੀ ਸੋਚਦੇ ਹੋਣਗੇ। ਇਹ ਸੁਣ ਕੇ ਜਨਰਲ ਨਰਿੰਦਰ ਸਿੰਘ ਦਾ ਦਿਲ ਪਸੀਜ ਗਿਆ ਅਤੇ ਬੜੇ ਭਰੇ ਦਿਲ ਨਾਲ ਇਹ ਬੋਲ ਨਿਕਲੇ ਕਿ ਤੁਸੀਂ ਵੀ ਘਰ ਛੱਡ ਦਿੱਤਾ, ਤੁਸੀਂ ਵਾਪਸ ਨਹੀਂ ਜਾਣਾ। ਫਿਰ ਉਹ ਬਹੁਤ ਉਦਾਸ ਹੋ ਗਏ। ਕੁਝ ਸਮਾਂ ਕੁਝ ਨਹੀਂ ਬੋਲੇ ਅਤੇ ਨਿਰਮਲ ਸਿੰਘ ਨੇ ਕਿਹਾ, ਇਹ ਨਹੀਂ ਮੰਨਦੇ, ਅਸੀਂ ਤਾਂ ਪੂਰੀ ਵਾਹ ਲਾਈ ਹੈ। ਫਿਰ ਜਨਰਲ ਨਰਿੰਦਰ ਸਿੰਘ ਬੋਲੇ ਕਿ ਇਹ ਠੀਕ ਨਹੀਂ ਹੈ। ਇਸ ਉਮਰ ਵਿੱਚ ਹਥਿਆਰ ਚੁੱਕਣੇ ਬਿਲਕੁਲ ਠੀਕ ਨਹੀਂ। ਇਸ ਦਾ ਕੁਝ ਕਰਨਾ ਚਾਹੀਦਾ ਹੈ। ਤੁਹਾਡੀ ਥਾਂ ਕੌਣ ਭਰੇਗਾ। ਉਹ ਦੋਵੇਂ ਨੌਜਵਾਨ ਨੀਵੀਂ ਪਾ ਕੇ ਹਲਕਾ ਜਿਹਾ ਮੁਸਕਰਾਉਂਦੇ ਉਸ ਵਕਤ ਬਹੁਤ ਖੂਬਸੂਰਤ ਲੱਗ ਰਹੇ ਸਨ ਅਤੇ ਉਹ ਹੈ ਵੀ ਸੁਨੱਖੇ ਸਨ। ਉੱਪਰੋਂ ਦੀ ਜੰਗ ਤੇ ਹਥਿਆਰਾਂ ਦਾ ਸਾਥ ਉਹਨਾਂ ਨੂੰ ਹੋਰ ਵੀ ਸੋਹਣਿਆ ਕਰ ਰਿਹਾ ਸੀ। ਮੈਨੂੰ ਇੰਜ ਲੱਗਿਆ ਕਿ ਉਹ ਉਸ ਵਕਤ ਹੀ ਸ਼ਹਾਦਤ ਦੀ ਸਰਦਲ 'ਤੇ ਹੀ ਖੜ੍ਹੇ ਸਨ। ਕੁਝ ਸਮੇਂ ਦੀ ਬੜੀ ਭਾਰੀ ਚੁੱਪ ਬਾਅਦ ਡਾਕਟਰ ਸੋਹਣ ਸਿੰਘ ਨੇ ਕਿਹਾ, ਇਹ ਸ਼ਹੀਦ ਹਨ। ਇਹਨਾਂ ਨੂੰ ਨਾ ਤੂੰ ਅਤੇ ਨਾ ਹੀ ਮੈਂ ਰੋਕ ਸਕਦਾ ਹਾਂ। ਇਹਨਾਂ ਨੂੰ ਸਮਝਣਾ ਬਹੁਤ ਔਖਾ ਹੈ। ਜਨਰਲ ਨਰਿੰਦਰ ਸਿੰਘ ਉਹਨਾਂ ਦੋਹਾਂ ਵੱਲ ਦੇਖਦੇ ਰਹੇ ਅਤੇ ਉਹਨਾਂ ਦੀਆਂ ਅੱਖਾਂ ਨਮ ਹੋ ਗਈਆਂ। ਕੁਝ ਅਥਰੂ ਥੱਲੇ ਉਛਲ ਪਏ। ਇੰਨੇ ਨੂੰ ਠਾਰ ਵਾਲਾ ਪਰਿਵਾਰ ਆ ਗਿਆ ਅਤੇ ਗੱਲ ਹੋਰ ਪਾਸੇ ਚਲੇ ਗਈ। ਮੈਨੂੰ ਜਨਰਲ ਨਰਿੰਦਰ ਸਿੰਘ ਦੇ ਉਹ ਅਥਰੂ ਹੁਣ ਵੀ ਯਾਦ ਹਨ ਅਤੇ ਡਾਕਟਰ ਸੋਹਣ ਸਿੰਘ ਦੇ ਕਹੇ ਹੋਏ ਸ਼ਬਦ ਸੱਚ ਹੋ ਗਏ। ਉਹ ਦੋਵੇਂ ਨੌਜਵਾਨ ਇਸ ਮੁਲਾਕਾਤ ਤੋਂ ਥੋੜ੍ਹੇ ਸਮੇਂ ਬਾਅਦ ਹੀ ਦਿੱਲੀ ਦੇ ਬਿੱਪਰ ਤਖਤ ਵਿਰੁੱਧ ਜੂਝਦਿਆਂ ਸ਼ਹਾਦਤ ਦਾ ਜਾਮ ਪੀ ਗਏ। ਜਨਰਲ ਨਰਿੰਦਰ ਸਿੰਘ ਨੂੰ ਸਰਕਾਰ ਨੇ ਕੇਸ ਪਾ ਕੇ ਜੇਲ੍ਹ ਭੇਜ ਦਿੱਤਾ। ਚੰਡੀਗੜ੍ਹ ਜੇਲ੍ਹ ਵਿੱਚ ਉਹਨਾਂ ਦੀ ਮੁਲਾਕਾਤ ਗਿਆਨੀ ਬਲਦੇਵ ਸਿੰਘ ਨਾਲ ਹੋਈ ਤਾਂ ਉਹਨਾਂ ਦੀ ਆਪਸ ਵਿੱਚ ਬਹੁਤ ਨੇੜਤਾ ਹੋ ਗਈ। ਗਿਆਨੀ ਬਲਦੇਵ ਸਿੰਘ ਲੁਧਿਆਣੇ ਤੋਂ ਸਾਡੇ ਪੁਰਾਣੇ ਜਾਣਕਾਰ ਸੀ ਅਤੇ ਸਾਡੀ ਪੱਕੀ ਠਾਰ ਸੀ। ਗਿਆਨੀ ਹੋਰਾਂ ਦਾ ਵਿਆਹ ਪੰਜਾਬ ਦੇ ਮਸ਼ਹੂਰ ਢਾਡੀ ਦਇਆ ਸਿੰਘ ਦਿਲਬਰ ਦੀ ਬੇਟੀ ਨਾਲ ਹੋਇਆ। ਇਹ ਰਿਸ਼ਤਾ ਵੀ ਜੇਲ੍ਹ ਵਿੱਚ ਹੀ ਤੈਅ ਹੋ ਗਿਆ ਸੀ ਕਿਉਂਕਿ ਦਇਆ ਸਿੰਘ ਦਿਲਬਰ ਵੀ ਇਹਨਾਂ ਨਾਲ ਜੇਲ੍ਹ ਵਿੱਚ ਹੀ ਸਨ। ਜਨਰਲ ਨਰਿੰਦਰ ਸਿੰਘ ਰਿਸ਼ਤਾ ਕਰਵਾਉਣ ਵਾਲਿਆਂ ਵਿੱਚ ਸਨ। ਵਿਆਹ ਲੁਧਿਆਣੇ ਦੇ ਇੱਕ ਹੋਟਲ ਵਿੱਚ ਹੋਇਆ। ਸਾਨੂੰ ਜਨਰਲ ਨਰਿੰਦਰ ਸਿੰਘ ਅਤੇ ਗਿਆਨੀ ਹੋਰਾਂ ਵੱਲੋਂ ਬਹੁਤ ਜ਼ੋਰ ਪਾਇਆ ਸੀ ਕਿ ਜ਼ਰੂਰ ਆਉਣਾ। ਅਸੀਂ ਕਿਸੇ ਵਿਆਹ ਸ਼ਾਦੀ ਜਾਂ ਹੋਰ ਸਮਾਗਮ ਵਿੱਚ ਕਦੇ ਵੀ ਨਹੀਂ ਗਏ, ਪਰ ਉਸ ਦਿਨ ਪਤਾ ਨਹੀਂ ਕਿਵੇਂ ਅਸੀਂ ਅੱਧਾ ਕੁ ਘੰਟਾ ਉਸ ਹੋਟਲ ਦੇ ਪਿਛਲੇ ਪਾਸੇ ਦੀ ਗਏ। ਗਿਆਨੀ ਬਲਦੇਵ ਸਿੰਘ ਅਤੇ ਜਨਰਲ ਨਰਿੰਦਰ ਸਿੰਘ ਨਾਲ ਚਾਹ ਦਾ ਕੱਪ ਪੀ ਕੇ ਵਾਪਸ ਆ ਗਏ। ਮੇਰੀ ਤਾਂ ਜਾਣ ਦੀ ਸਲਾਹ ਨਹੀਂ ਸੀ,
ਪਰ ਗੁਰਜੰਟ ਸਿੰਘ ਬੁੱਧ ਸਿੰਘ ਵਾਲੇ ਨੇ ਕਿਹਾ, ਚਲੋ ਜਾ ਆਉਂਦੇ ਹਾਂ ਅਤੇ ਜਨਰਲ ਨਰਿੰਦਰ ਸਿੰਘ ਨੂੰ ਮਿਲ ਆਉਂਦੇ ਹਾਂ। ਉੱਥੇ ਕੋਈ ਖਤਰੇ ਵਾਲੀ ਗੱਲ ਤਾਂ ਨਹੀਂ ਸੀ, ਪਰ ਫਿਰ ਵੀ ਉਹਨਾਂ ਨੇ ਸਾਡੇ ਲਈ ਅਲੱਗ ਕਮਰਾ ਰਖਵਾਇਆ। ਜਦੋਂ ਅਸੀਂ ਪਹੁੰਚੇ ਤਾਂ ਜਨਰਲ ਨਰਿੰਦਰ ਸਿੰਘ ਦਾ ਚਿਹਰਾ ਖਿੜ ਗਿਆ ਅਤੇ ਉਹਨਾਂ ਨੇ ਛੇਤੀ ਨਾਲ ਗਿਆਨੀ ਬਲਦੇਵ ਸਿੰਘ ਨੂੰ ਬੁਲਾਇਆ। ਗਿਆਨੀ ਬਲਦੇਵ ਸਿੰਘ ਸਾਨੂੰ ਮਿਲ ਕੇ ਬਹੁਤ ਖੁਸ਼ ਹੋਇਆ। ਉਸ ਨੇ ਕਿਹਾ, ਬਾਈ ਜੀ, ਮੈਨੂੰ ਯਕੀਨ ਸੀ ਤੁਸੀਂ ਆਵੋਗੇ। ਮੈਂ ਕਿਹਾ, ਇਹ ਯਕੀਨ ਹੀ ਤਾਂ ਲੈ ਕੇ ਆਇਆ ਹੈ। ਚਾਹ ਪੀਂਦਿਆਂ ਹੋਇਆਂ ਜਨਰਲ ਨਰਿੰਦਰ ਸਿੰਘ ਨੇ ਪਤਾ ਨਹੀਂ ਕਿਸ ਮੌਜ ਵਿੱਚ ਗੁਰਜੰਟ ਸਿੰਘ ਬੁੱਧ ਸਿੰਘ ਵਾਲੇ ਵੱਲ ਨੂੰ ਮੂੰਹ ਕਰਕੇ ਕਿਹਾ ਕਿ ਤੇਰਾ ਨਹੀਂ ਵਿਆਹ ਕਰਾਉਣ ਨੂੰ ਦਿਲ ਕਰਦਾ। ਉਹ ਹੱਸ ਪਿਆ ਤੇ ਕੋਈ ਜਵਾਬ ਨਾ ਦਿੱਤਾ। ਮੈਂ ਕਿਹਾ ਕਿ ਸਾਡੇ ਤਾਂ ਪਹਿਲਾਂ ਹੀ ਵਿਆਹ ਹੋਏ ਹਨ, ਹੋਰ ਦੀ ਕੀ ਗੁੰਜਾਇਸ਼ ਹੈ। ਜਨਰਲ ਨਰਿੰਦਰ ਸਿੰਘ ਨੇ ਕਿਹਾ ਕਿ ਇਹ ਤਾਂ ਠੀਕ ਹੈ, ਪਰ ਬੜਾ ਔਖਾ ਮਸਲਾ ਹੈ। ਜਰਨੈਲਾਂ ਦੇ ਵਿਆਹ ਹੋਣੇ ਚਾਹੀਦੇ ਹਨ ਅਤੇ ਵੱਧ ਤੋਂ ਵੱਧ ਬੱਚੇ ਪੈਦਾ ਹੋਣੇ ਚਾਹੀਦੇ ਹਨ। ਖੂਨ ਦਾ ਬੜਾ ਫਰਕ ਹੁੰਦਾ ਹੈ। ਫਿਰ ਗੱਲਬਾਤ ਹੋਰ ਪਾਸੇ ਵੱਲ ਨੂੰ ਚਲੀ ਗਈ। ਚਾਹ ਪੀ ਕੇ ਅਸੀਂ ਉਹਨਾਂ ਤੋਂ ਵਿਦਾ ਲਈ। ਜਨਰਲ ਨਰਿੰਦਰ ਸਿੰਘ ਨੂੰ ਵੀ ਡਾਕਟਰ ਸੋਹਣ ਸਿੰਘ ਵਾਂਗ ਹੀ ਭਾਰਤੀ ਚੋਣ ਅਤੇ ਰਾਜਨੀਤਿਕ ਪ੍ਰਬੰਧ ਵਿੱਚ ਵਿਸ਼ਵਾਸ ਨਹੀਂ ਸੀ। ਅਕਾਲੀ ਦਲ ਦੀ ਅਗਵਾਈ ਬਾਰੇ ਉਹਨਾਂ ਦੀ ਇਹੋ ਹੀ ਵਿਚਾਰ ਸੀ ਕਿ ਇਹ ਗਰਕ ਹੋ ਚੁੱਕੀ ਹੈ ਤੇ ਇਸ ਤੋਂ ਕੋਈ ਚੰਗੇ ਦੀ ਆਸ ਨਹੀਂ ਰੱਖਣੀ ਚਾਹੀਦੀ। ਭਾਰਤੀ ਹਕੂਮਤ ਨਾਲ ਉਹ ਸਿੱਧੀ ਜੰਗ ਨੂੰ ਹੀ ਸਮੇਂ ਦਾ ਸੱਚ ਮੰਨਦੇ ਸਨ। ਉਹ ਨਹੀਂ ਸੀ ਸੋਚਦੇ ਕਿ ਕੋਈ ਰਾਜਨੀਤਿਕ ਮੁਹਾਜ਼ ਉਸ ਵੇਲੇ ਬਣ ਸਕਦਾ ਸੀ। ਜੇ ਹਥਿਆਰਬੰਦ ਧਿਰਾਂ ਕੋਈ ਰਾਜਨੀਤਿਕ ਮੰਚ ਬਣਾਉਂਦੀਆਂ ਤਾਂ ਜਨਰਲ ਨਰਿੰਦਰ ਸਿੰਘ ਵਰਗੀਆਂ ਸ਼ਖਸੀਅਤਾਂ ਹੀ ਉਸ ਵਿੱਚ ਪ੍ਰਮੁੱਖ ਹੋਣੀਆਂ ਸਨ। ਸਿੱਖਾਂ ਵਿੱਚ ਬਹੁ ਗਿਣਤੀ ਅਤੇ ਇੱਥੋਂ ਤੱਕ ਕਿ ਖਾੜਕੂ ਸਿੰਘਾਂ ਵਿੱਚ ਵੀ ਇੱਕ ਹਿੱਸਾ ਇਹੋ ਜਿਹਾ ਸੀ ਜਿਹੜਾ ਮਸਲੇ ਦਾ ਹੱਲ ਚੋਣਾਂ ਰਾਹੀਂ ਤਾਕਤ ਹਾਸਲ ਕਰਨਾ ਅਤੇ ਫਿਰ ਉਸ ਨੂੰ ਪੰਥ ਅਤੇ ਪੰਜਾਬ ਦੇ ਭਲੇ ਲਈ ਵਰਤਣ ਵਜੋਂ ਸੋਚਦਾ ਸੀ। ਪਰ ਜਨਰਲ ਨਰਿੰਦਰ ਸਿੰਘ ਬਹੁਤ ਸਪਸ਼ਟ ਸਨ ਕਿ ਚੋਣਾਂ ਰਾਹੀਂ ਸਾਡੇ ਮਸਲੇ ਹੱਲ ਨਹੀਂ ਹੋਣੇ। ਇਸ ਰਾਹ ਵਿੱਚ ਆਉਣ ਵਾਲੇ ਸਾਰੇ ਖਤਰੇ ਅਤੇ ਬਰਬਾਦੀਆਂ ਬਾਰੇ ਉਹ ਜਾਣਦੇ ਸੀ। ਇੱਕ ਵੱਡੇ ਫੌਜੀ ਜਰਨੈਲ ਹੋਣ ਦੇ ਨਾਤੇ ਉਹ ਜਾਣਦੇ ਸੀ ਕਿ ਇਸ ਤਰ੍ਹਾਂ ਅਸੀਂ ਕਿਸੇ ਵੱਡੀ ਜਿੱਤ ਨੂੰ ਨਹੀਂ ਪਹੁੰਚ ਸਕਦੇ। ਉਹ ਉਸ ਸਮੇਂ ਦਾ ਸੱਚ ਜੋ ਕਿ ਜੰਗ ਤੇ ਸ਼ਹਾਦਤ ਸੀ, ਉਸ ਦੇ ਮਹੱਤਵ ਨੂੰ ਜਾਣਦੇ ਸਨ। ਇਸੇ ਕਰਕੇ ਸਾਡੇ ਹਮਸਫਰ ਸਨ। ਸੰਨ 1992 ਵਿੱਚ ਜਦੋਂ ਮੈਂ ਪਾਰੋਂ ਵਾਪਸ ਆਇਆ ਅਤੇ ਉਹਨਾਂ ਨੂੰ ਮਿਲਿਆ ਤਾਂ ਉਹ ਬਹੁਤ ਜ਼ਿਆਦਾ ਫਿਕਰਮੰਦ ਅਤੇ ਉਦਾਸ ਸਨ। ਡਾਕਟਰ ਸੋਹਣ ਸਿੰਘ ਨੇ ਚੋਣ ਲੜਨ ਦਾ ਪੈਂਤੜਾ ਲੈ ਲਿਆ ਸੀ। ਸ਼ਾਇਦ ਇਸ ਕਰਕੇ ਵੀ ਉਹ ਪਰੇਸ਼ਾਨ ਸਨ। ਉਸ ਵਕਤ ਸਰਕਾਰ ਦਾ ਹੱਥ ਉੱਪਰ ਹੋ ਗਿਆ ਸੀ ਤੇ ਵੱਡੇ ਵੱਡੇ ਖਾੜਕੂ ਜਰਨੈਲ ਸ਼ਹਾਦਤਾਂ ਪਾ ਰਹੇ ਸਨ। ਇਸ ਕਰਕੇ ਵੀ ਉਹ ਬਹੁਤ ਫਿਕਰਮੰਦ ਸਨ। ਆਖਰੀ ਵਾਰ ਉਹ ਚੰਡੀਗੜ੍ਹ ਹੀ ਮਿਲੇ ਅਤੇ ਸਲਾਹ ਦਿੱਤੀ ਕਿ ਤੁਸੀਂ ਹੁਣ ਆਪਣੇ ਆਪ ਨੂੰ ਇੱਕ ਕਦਮ ਪਿੱਛੇ ਕਰੋ। ਸਿੱਖ ਸਟੂਡੈਂਟ ਫੈਡਰੇਸ਼ਨ ਦੇ ਹਥਿਆਰਬੰਦ ਦਸਤੇ ਨੂੰ ਭੰਗ ਕਰਨ ਨਾਲ ਉਹ ਸਹਿਮਤ ਸਨ, ਪਰ ਇਸ ਗੱਲ ਤੋਂ ਗੁੱਸੇ ਸਨ ਕਿ ਫੈਡਰੇਸ਼ਨ ਦੇ ਦੂਸਰੇ ਧੜਿਆਂ ਨੂੰ ਮਿਲਿਆ ਹਾਂ ਜਿਹੜੇ ਸਾਨੂੰ ਦੁਸ਼ਮਣ ਸਮਝਦੇ ਸੀ। ਫਿਰ ਮੈਂ ਜਦੋਂ 1996 ਵਿੱਚ ਫੜ ਹੋ ਗਿਆ, ਉਹ ਮੈਨੂੰ 2 ਵਾਰ ਪੇਸ਼ੀ ਤੇ ਮਿਲਣ ਆਏ। ਮੈਨੂੰ ਮਿਲ ਕੇ ਉਹ ਖੁਸ਼ ਹੋਏ, ਪਰ ਉਹ ਸਰੀਰਕ ਤੌਰ ਤੇ ਬਹੁਤ ਕਮਜ਼ੋਰ ਸਨ। ਬੁਢੇਪੇ ਨੇ ਦਬਾਅ ਪਾ ਲਿਆ ਸੀ ਤੇ ਇੱਕ ਡੂੰਘੀ ਉਦਾਸੀ ਵੀ ਉਹਨਾਂ ਦੀਆਂ ਅੱਖਾਂ ਵਿੱਚ ਦਿਸ ਰਹੀ ਸੀ। ਉਹਨਾਂ ਜਾਣ ਲੱਗਿਆਂ ਕਿਹਾ ਕਿ ਜੰਗ ਮੁੱਕੀ ਨਹੀਂ, ਤੁਸੀਂ ਝੰਡਾ ਚੁੱਕੀ ਰੱਖੋ। ਮੈਂ ਅੱਗੇ ਵਾਂਗ ਹੀ ਤੁਹਾਡੇ ਲਈ ਅਰਦਾਸ ਕਰਦਾ। ਉਸ ਤੋਂ ਬਾਅਦ ਉਹ ਕਦੀ ਨਹੀਂ ਮਿਲੇ। ਮੈਂ ਜੇਲ੍ਹ ਵਿੱਚ ਹੀ ਸੀ ਤਾਂ ਉਹਨਾਂ ਦੀ ਮੌਤ ਬਾਰੇ ਖਬਰ ਆਈ। ਸੁਰਿੰਦਰਪਾਲ ਸਿੰਘ ਠਰੂਆ ਮੇਰੇ ਅਤੇ ਜੇਲ੍ਹ ਵਿੱਚ ਬੰਦ ਹੋਰ ਸਿੰਘਾਂ ਵੱਲੋਂ ਉੱਥੇ ਹਾਜ਼ਰੀ ਲਵਾ ਕੇ ਆਇਆ। ਪੰਥਕ ਕਮੇਟੀ ਦੀ ਲਿਖਤੀ ਸਮੱਗਰੀ, ਬਿਆਨ ਅਤੇ ਅਹਿਮ ਕਾਗਜ਼ਾਤ ਉਹਨਾਂ ਕੋਲ ਹੀ ਪਏ ਸਨ। ਜਨਰਲ ਨਰਿੰਦਰ ਸਿੰਘ ਨਾਲ ਕਈ ਮੁਲਾਕਾਤਾਂ ਦੌਰਾਨ ਉਹਨਾਂ ਨੇ ਭਾਰਤੀ ਫੌਜਾਂ 1965-1971 ਦੀਆਂ ਜੰਗਾਂ ਤੇ ਕਈ ਹੋਰ ਮਸਲਿਆਂ ਬਾਰੇ ਬਹੁਤ ਦਿਲਚਸਪ ਬਾਤਾਂ ਸੁਣਾਈਆਂ। ਜਦੋਂ ਸੁਣਾਉਂਦੇ ਸਨ ਤਾਂ ਤੁਹਾਨੂੰ ਇਸ ਤਰ੍ਹਾਂ ਲੱਗਦਾ ਸੀ ਕਿ ਤੁਸੀਂ ਉਸ ਵਿੱਚ ਆਪ ਸ਼ਾਮਲ ਹੋ। ਉਹਨਾਂ ਕੋਲ ਬੜੇ ਰਾਜ ਅਤੇ ਤੱਥ ਸਨ ਜੋ ਉਹਨਾਂ ਨੇ ਜ਼ਾਹਰ ਕੀਤੇ ਅਤੇ ਉਹ ਆਪਣਾ ਨਿਰਣਾ ਬੜੀ ਹੀ ਸਪਸ਼ਟਤਾ ਅਤੇ ਜ਼ੋਰ ਨਾਲ ਦਿੰਦੇ ਸੀ। ਇਹਨਾਂ ਜੰਗਾਂ ਬਾਰੇ ਬਹੁਤ ਕੁਝ ਲਿਖਿਆ ਤੇ ਕਿਹਾ ਗਿਆ, ਪਰ ਉਸ ਵਿੱਚੋਂ ਜ਼ਿਆਦਾ ਭਾਰਤੀ ਫੌਜ ਦਾ ਬਿਰਤਾਂਤ ਹੀ ਹੈ। ਕਈ ਥਾਂ ਸੱਚ ਤੇ ਪਰਦਾ ਪਾਇਆ ਗਿਆ ਅਤੇ ਕਈ ਥਾਂ ਝੂਠ ਨੂੰ ਸੱਚ ਬਣਾ ਕੇ ਪੇਸ਼ ਕਰ ਦਿੱਤਾ ਗਿਆ। ਉਹਨਾਂ ਕੋਲ ਵਡਮੁੱਲੀ ਜਾਣਕਾਰੀ ਸੀ ਅਤੇ ਸਭ ਕੁਝ ਆਪ ਦੇਖਿਆ ਅਤੇ ਮਹਿਸੂਸ ਕੀਤਾ ਸੀ। ਉਹਨਾਂ ਦੀ ਜ਼ਿੰਦਗੀ 'ਤੇ ਇੱਕ ਵਧੀਆ ਕਿਤਾਬ ਲਿਖੀ ਜਾ ਸਕਦੀ ਸੀ, ਪਰ ਇਹ ਕੰਮ ਉਹ ਆਪ ਨਹੀਂ ਸੀ ਕਰ ਸਕਦੇ। ਲਿਖਣ ਦੇ ਮਸਲੇ ਵਿੱਚ ਅਸੀਂ ਸੱਚੀ ਬਹੁਤ ਪਿੱਛੇ ਹਾਂ।
ਸਿੱਖਾਂ ਵਿੱਚ ਬਹੁਤ ਘੱਟ ਅਹਿਸਾਸ ਹੈ ਕਿ ਅਸੀਂ ਆਪਣੇ ਬਾਰੇ ਲਿਖੀਏ। ਜੋ ਕੁਝ ਇਤਿਹਾਸ ਵਿੱਚ ਸਾਡੇ ਬਾਰੇ ਆਇਆ ਹੈ ਉਹ ਜ਼ਿਆਦਾਤਰ ਹੋਰਨਾਂ ਨੇ ਹੀ ਲਿਖਿਆ ਹੈ। ਜੋ ਕੁਝ ਮੈਨੂੰ ਉਹਨਾਂ ਦੀਆਂ ਗੱਲਾਂ ਅਤੇ ਕਹਾਣੀਆਂ ਵਿੱਚੋਂ ਯਾਦ ਹੈ ਉਹ ਉਹੀ ਹੈ ਜਿਸ ਨੇ ਮੈਨੂੰ ਟੁੰਬਿਆ ਜਾਂ ਮੇਰੇ ਅੰਦਰ ਕਿਸੇ ਤਰ੍ਹਾਂ ਉਕਰਿਆ ਗਿਆ। ਇਹ ਕੁਝ ਪ੍ਰਭਾਵ ਦੇ ਸਿੱਟੇ ਕਹੇ ਜਾ ਸਕਦੇ ਹਨ। ਉਹਨਾਂ ਨੇ ਜਿਨ੍ਹਾਂ ਜੰਗਾਂ ਬਾਰੇ ਜੋ ਜਾਣਕਾਰੀ ਦਿੱਤੀ ਉਹ ਉਹਨਾਂ ਦੇ ਜੀਵਨ ਦਾ ਹਿੱਸਾ ਹੀ ਹੈ। 1962 ਦੀ ਜੰਗ ਬਾਰੇ ਭਾਰਤ ਦੀ ਉਸ ਵਕਤ ਦੀ ਸਿਆਸੀ ਜਮਾਤ, ਅਫਸਰਸ਼ਾਹੀ ਅਤੇ ਫੌਜੀ ਕਮਾਨ ਚੀਨ ਮੁਕਾਬਲੇ ਹਲਕੀ ਅਤੇ ਅਨਾੜੀ ਸੀ। ਭਾਰਤ ਕੋਲ ਅੰਗਰੇਜ਼ਾਂ ਵੱਲੋਂ ਪਾਲੀ ਹੋਈ ਕਾਂਗਰਸ ਜਮਾਤ ਤੇ ਪਿੱਛੇ ਛੱਡੀ ਹੋਈ ਫੌਜ ਸੀ। ਸਰਹੱਦ ਦਾ ਰੌਲਾ ਅੰਗਰੇਜ਼ਾਂ ਵੱਲੋਂ ਖੜਾ ਕੀਤਾ ਹੋਇਆ ਸੀ ਅਤੇ ਉਦੋਂ ਵੀ ਬਰਕਰਾਰ ਸੀ। ਅਸੀਂ ਫੌਜੀ ਜਰਨੈਲ ਲੜਨਾ ਨਹੀਂ ਸੀ ਚਾਹੁੰਦੇ ਅਤੇ ਗੱਲਬਾਤ ਰਾਹੀਂ ਲੈ ਦੇ ਕੇ ਮਸਲਾ ਸੁਲਝਾਉਣਾ ਚਾਹੁੰਦੇ ਸੀ। ਜਵਾਹਰ ਲਾਲ ਨਹਿਰੂ ਅਤੇ ਵਿਦੇਸ਼ ਸੈਕਟਰੀ ਇਸ ਗੱਲ ਨੂੰ ਸਮਝਦੇ ਹੀ ਨਹੀਂ ਸਨ। ਉਹ ਆਪਣੇ ਸੁਪਨਿਆਂ ਦੀ ਦੁਨੀਆ ਵਿੱਚ ਹੀ ਜਿਉ ਰਹੇ ਸੀ। ਨਹਿਰੂ ਆਪਣੇ ਆਪ ਨੂੰ ਦੁਨੀਆ ਦਾ ਵੱਡਾ ਨੀਤੀਵਾਨ ਸਮਝਦਾ ਸੀ। ਫੌਜ ਦੀ ਆਲਾ ਕਮਾਨ ਵੀ ਜਵਾਹਰ ਲਾਲ ਨਹਿਰੂ ਦੀ ਮਨਪਸੰਦ ਸੀ ਅਤੇ ਇਹ ਕਿਸੇ ਯੋਗਤਾ ਨੂੰ ਪਰਖ ਕੇ ਨਹੀਂ ਸੀ ਚੁਣੀ ਗਈ। ਇੱਕ ਜਰਨੈਲ ਤਾਂ ਜਵਾਹਰ ਲਾਲ ਨਹਿਰੂ ਦਾ ਰਿਸ਼ਤੇਦਾਰ ਸੀ। ਹੁਣ ਵਾਂਗ ਹੀ ਸਰਹੱਦ 'ਤੇ ਕਸ਼ਮਕਸ਼ ਸੀ। ਚੀਨ ਵਾਲੇ ਇੱਕ ਇਲਾਕੇ ਉੱਤੇ ਦਾਅਵਾ ਕਰ ਰਹੇ ਸਨ ਪਰ ਉਹਨਾਂ ਦੀ ਲੜਨ ਦੀ ਨੀਤ ਨਹੀਂ ਸੀ। ਜਵਾਹਰ ਲਾਲ ਨਹਿਰੂ ਨੇ ਬਹੁਤ ਹੀ ਅਨਾੜੀਪਣੇ ਵਿੱਚ ਫੌਜ ਨੂੰ ਹੁਕਮ ਚਾੜ ਦਿੱਤਾ ਕਿ ਚੀਨੀਆਂ ਨੂੰ ਚੁੱਕ ਕੇ ਬਾਹਰ ਸੁੱਟ ਦੇਵੋ। ਉਸ ਨੂੰ ਇਸ ਦੇ ਨਤੀਜਿਆਂ ਦਾ ਪਤਾ ਨਹੀਂ ਸੀ। ਪਹਿਲੀ ਜੰਗੀ ਕਾਰਵਾਈ ਭਾਰਤੀ ਫੌਜ ਨੇ ਕੀਤੀ ਤਾਂ ਚੀਨ ਨੇ ਜੰਗ ਦਾ ਐਲਾਨ ਕਰ ਦਿੱਤਾ। ਅਸੀਂ ਸਾਰੇ ਜਾਣਦੇ ਸੀ ਇੱਧਰ ਕੋਈ ਤਿਆਰੀ ਨਹੀਂ ਸੀ, ਕੋਈ ਪਿੱਛੇ ਪ੍ਰਬੰਧ ਨਹੀਂ ਸੀ। ਸਭ ਤੋਂ ਵੱਡੀ ਗੱਲ, ਫੌਜ ਵਿੱਚ ਯੋਗ ਜਰਨੈਲ ਨਹੀਂ ਸੀ ਅਤੇ ਉੱਪਰੋਂ ਸਿਆਸੀ ਆਗੂ ਵੀ ਨਲਾਇਕ ਸਨ। ਫੌਜ ਨੇ ਬਿਨਾਂ ਅਗਵਾਈ, ਸਮਾਨ ਅਤੇ ਤਿਆਰੀ ਤੋਂ ਚੀਨੀਆਂ ਦਾ ਟਾਕਰਾ ਕੀਤਾ ਅਤੇ ਬਹੁਤ ਨੁਕਸਾਨ ਉਠਾਇਆ। ਪਰ ਫੌਜ ਨੂੰ ਸਹੀ ਅਗਵਾਈ ਨਾ ਮਿਲਣਾ ਅਤੇ ਤਿਆਰੀ ਨਾ ਹੋਣੀ ਤਬਾਹੀ ਦੇ ਜ਼ਿੰਮੇਵਾਰ ਕਾਰਨ ਸਨ। ਚੀਨੀ ਫੌਜ ਅੱਗੇ ਆਈ ਗਈ ਅਤੇ ਇਲਾਕਾ ਮੱਲੀ ਗਈ। ਭਾਰਤੀ ਫੌਜ ਕੋਲ ਪਿੱਛੇ ਹਟਣ ਤੋਂ ਸਿਵਾਏ ਕੋਈ ਚਾਰਾ ਨਹੀਂ ਸੀ। ਜਦੋਂ ਸਿਖਰਲੇ ਆਗੂਆਂ ਦੀ ਸਮਰੱਥਾ ਨੂੰ ਹੀ ਅਧਰੰਗ ਹੋ ਗਿਆ ਸੀ ਤਾਂ ਚੀਨੀਆਂ ਨੂੰ ਕਿਸੇ ਨੇ ਨਹੀਂ ਰੋਕਿਆ ਅਤੇ ਉਹ ਦੋਵੇਂ ਹੀ ਮੋਰਚਿਆਂ ਪੂਰਬੀ ਅਤੇ ਪੱਛਮੀ ਵਿੱਚ ਅੱਗੇ ਵਧਦੇ ਗਏ, ਫਿਰ ਆਪੇ ਹੀ ਰੁਕ ਗਏ ਅਤੇ ਬਹੁਤੀਆਂ ਥਾਵਾਂ ਤੋਂ ਪਿੱਛੇ ਹਟ ਗਏ। ਅਕਸਾਈ ਚਿੰਨ ਅਤੇ ਕੁਝ ਹੋਰ ਇਲਾਕਿਆਂ ਤੋਂ ਉਹ ਪਿੱਛੇ ਨਹੀਂ ਹਟੇ ਅਤੇ ਸਦਾ ਲਈ ਕਬਜ਼ਾ ਕਰ ਲਿਆ। ਜੇ ਉਹ ਉਸ ਵਕਤ ਚਾਹੁੰਦੇ ਜਿਹੜੇ ਇਲਾਕਿਆਂ 'ਤੇ ਅੱਜ ਉਹ ਦਾਅਵਾ ਕਰ ਰਹੇ ਹਨ ਤਾਂ ਉਹ ਸਾਰੇ ਦੇ ਸਾਰੇ 'ਤੇ ਕਬਜ਼ਾ ਕਰ ਲੈਂਦੇ। ਕੁਝ ਇਲਾਕਿਆਂ 'ਤੇ ਤਾਂ ਉਹਨਾਂ ਕਬਜ਼ਾ ਕਰ ਲਿਆ ਸੀ ਪਰ ਫਿਰ ਵੀ ਛੱਡ ਦਿੱਤਾ। ਮਾਓ ਦਾ ਇਹ ਬਿਆਨ ਠੀਕ ਸੀ ਕਿ ਉਹ ਤਾਂ ਭਾਰਤ ਨੂੰ ਇੱਕ ਸਬਕ ਸਿਖਾਉਣਾ ਚਾਹੁੰਦੇ ਸੀ। ਭਾਰਤੀ ਸਿਆਸੀ ਤੇ ਫੌਜੀ ਜਮਾਤ ਦਾ ਹਾਲ ਇਹ ਸੀ ਕਿ ਇਹਨਾਂ ਨੂੰ ਨੱਠਦਿਆਂ ਨੂੰ ਥਾਂ ਨਹੀਂ ਮਿਲ ਰਹੀ ਸੀ। ਜਦੋਂ ਚੀਨ ਨੇ ਜਵਾਬੀ ਹਮਲਾ ਕੀਤਾ ਤਾਂ ਜਵਾਹਰ ਲਾਲ ਨਹਿਰੂ ਬਿਲਕੁਲ ਹਿੱਲ ਗਿਆ। ਉਹਨੇ ਅਮਰੀਕਾ ਕੋਲ ਰੌਲਾ ਪਾਇਆ ਕਿ ਜੇਕਰ ਚੀਨ ਨੂੰ ਨਾ ਰੋਕਿਆ ਗਿਆ ਤਾਂ ਉਹ ਅਗਲੇ 72 ਘੰਟਿਆਂ ਵਿੱਚ ਪੰਜਾਬ ਦੇ ਮੈਦਾਨਾਂ ਵਿੱਚ ਪਹੁੰਚ ਜਾਵੇਗਾ ਅਤੇ ਫਿਰ ਇੰਡੀਆ ਟੁੱਟ ਜਾਵੇਗਾ। ਉਸ ਦਾ ਮਤਲਬ ਸੀ ਕਿ ਚੀਨ ਲੇਹ, ਮਨਾਲੀ, ਕੀਰਤਪੁਰ ਸੜਕ ਰਾਹੀਂ ਸਿੱਧਾ ਪੰਜਾਬ ਆ ਜਾਵੇਗਾ। ਜਵਾਹਰ ਲਾਲ ਨਹਿਰੂ ਨੂੰ ਪੰਜਾਬ ਦਾ ਜ਼ਿਆਦਾ ਖਤਰਾ ਸੀ ਅਤੇ ਜਿਹੜਾ ਹਿਮਾਲਿਆ ਦਾ 50,000 ਕਿਲੋਮੀਟਰ ਇਲਾਕਾ ਕਬਜ਼ਾ ਕਰ ਲਿਆ ਉਸ ਬਾਰੇ ਕੋਈ ਫਿਕਰ ਨਹੀਂ ਸੀ। ਇਹ ਜੰਗ ਭਾਰਤੀ ਰਾਜਸੀ ਅਗਵਾਈ ਦਾ ਜਲੂਸ ਹੀ ਸੀ। ਜਵਾਹਰ ਲਾਲ ਨਹਿਰੂ ਦੇ ਚੁਣੇ ਹੋਏ ਫੌਜੀ ਜਰਨੈਲ ਚੌਧਰੀ ਫੌਜ ਨੂੰ ਸਰਹੱਦ 'ਤੇ ਛੱਡ ਕੇ ਭੱਜ ਗਏ ਸਨ। ਜਦੋਂ ਪਾਰਲੀਮੈਂਟ ਵਿੱਚ ਉਸ ਸਮੇਂ ਸਮਾਜਵਾਦੀ ਆਗੂ ਰਾਮ ਮਨੋਹਰ ਲੋਹੀਆ ਨੇ ਜਵਾਹਰ ਲਾਲ ਨਹਿਰੂ ਨੂੰ ਭਾਰਤ ਤੋਂ ਸਦਾ ਲਈ ਖੁੱਸ ਗਏ ਇਲਾਕਿਆਂ ਬਾਰੇ ਸਵਾਲ ਕੀਤਾ ਸੀ ਤਾਂ ਜਵਾਹਰ ਲਾਲ ਨਹਿਰੂ ਦਾ ਜਵਾਬ ਸੀ ਕਿ ਇੱਥੇ ਸਿਰਫ ਬਰਫ਼ ਹੈ, ਜਿੱਥੇ ਹੋਰ ਕੁਝ ਨਹੀਂ ਹੁੰਦਾ। 1965 ਦੀ ਜੰਗ। ਚੀਨ ਦੀ ਜੰਗ ਵੇਲੇ ਹਿੰਦੁਸਤਾਨ ਦਾ ਰਵੱਈਆ ਦੇਖ ਕੇ ਪਾਕਿਸਤਾਨ ਨੇ ਵੀ ਕਸ਼ਮੀਰ ਨੂੰ ਜੰਗ ਰਾਹੀਂ ਹਥਿਆਉਣ ਬਾਰੇ ਸੋਚਿਆ। ਅਮਰੀਕਾ ਨੇ ਉਸ ਦੀ ਫੌਜ ਨੂੰ ਉਸ ਵਕਤ ਦੇ ਆਧੁਨਿਕ ਜੰਗੀ ਸਮਾਨ ਨਾਲ ਤਕੜਾ ਕੀਤਾ ਸੀ। ਜੇਕਰ ਚੀਨ ਦੀ ਜੰਗ ਨਾ ਹੁੰਦੀ ਤਾਂ ਪਾਕਿਸਤਾਨ ਨੇ ਆਪਣੇ ਇਰਾਦੇ ਵਿੱਚ ਕਾਮਯਾਬ ਹੋ ਜਾਣਾ ਸੀ ਅਤੇ ਜੇ ਸਿੱਖ ਫੌਜੀ ਅਤੇ ਆਮ ਸਿੱਖਾਂ ਨੇ ਸਾਥ ਨਾ ਦਿੱਤਾ ਹੁੰਦਾ ਤਾਂ ਭਾਰਤ ਲਈ ਜਿੱਤਣਾ ਤਾਂ ਦੂਰ, ਜੰਗ ਲੜਨਾ ਵੀ ਬਹੁਤ ਔਖਾ ਹੋ ਜਾਣਾ ਸੀ। ਪਾਕਿਸਤਾਨ ਨੇ ਕਸ਼ਮੀਰ ਨੂੰ ਹਾਸਲ ਕਰਨ ਲਈ ਕਸ਼ਮੀਰ ਅਤੇ ਪੱਛਮੀ ਸਰਹੱਦ 'ਤੇ ਜੰਗ ਸ਼ੁਰੂ ਕਰ ਦਿੱਤੀ ਅਤੇ ਉਸ ਦੀਆਂ ਫੌਜਾਂ ਕਸ਼ਮੀਰ, ਪੰਜਾਬ ਅਤੇ ਰਾਜਸਥਾਨ ਵਿੱਚ ਦਾਖਲ ਹੋ ਗਈਆਂ।
ਉਸ ਵਕਤ ਵੀ 1962 ਵਾਂਗ ਹੀ ਦਿੱਲੀ ਵਿੱਚ ਭਾਜੜ ਪੈ ਗਈ ਅਤੇ ਪਹਿਲਾਂ ਜਵਾਬ 1962 ਵਾਲਾ ਹੀ ਸੀ। ਦਿੱਲੀ ਦੀ ਬਾਬੂਸ਼ਾਹੀ ਅਤੇ ਫੌਜ ਵਿਚਲੇ ਕੁਝ ਹਿੱਸਿਆਂ ਨੇ ਤਾਂ ਇੱਥੋਂ ਤੱਕ ਸੋਚ ਲਿਆ ਕਿ ਫੌਜ ਨੂੰ ਬਿਆਸ ਦਰਿਆ ਤੱਕ ਪਿੱਛੇ ਸੱਦ ਲਿਆ ਜਾਵੇ ਅਤੇ ਫਿਰ ਉੱਥੇ ਲੜਾਈ ਦਿੱਤੀ ਜਾਵੇ। ਸਿੱਖਾਂ ਦੇ ਦਰਬਾਰ ਸਾਹਿਬ ਬਾਰੇ ਭਾਰਤ ਦੀ ਅਗਵਾਈ ਦਾ ਇਹੋ ਰਵੱਈਆ ਰਿਹਾ, ਪਰ ਹੋਰ ਬਹੁਤ ਕੁਝ ਵੱਖਰਾ ਸੀ। ਉਸ ਵਕਤ ਭਾਰਤ ਦਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਸੀ। ਇਸ ਕਰਕੇ ਹਾਲਾਤ 1962 ਨਾਲੋਂ ਵੱਖਰਾ ਸੀ। ਅਫਸਰਸ਼ਾਹੀ ਅਤੇ ਫੌਜ ਦੀ ਅਗਵਾਈ ਵਿੱਚ ਵੀ ਕੁਝ ਕਾਬਲ ਬੰਦੇ ਸਨ ਜਿਨ੍ਹਾਂ ਨੇ ਮੌਕੇ 'ਤੇ ਹੀ ਫੌਜ ਦੀ ਕਮਾਂਡ ਵਿੱਚ ਲੋੜੀਂਦੀਆਂ ਤਬਦੀਲੀਆਂ ਕੀਤੀਆਂ ਅਤੇ ਪੰਜਾਬ ਦੇ ਸਿੱਖਾਂ ਪੂਰਾ ਸਾਥ ਦਿੱਤਾ। ਜਨਰਲ ਹਰਬਖਸ਼ ਸਿੰਘ ਨੇ ਬਿਆਸ ਦਰਿਆ 'ਤੇ ਆਉਣ ਵਾਲੀ ਯੋਜਨਾ ਨੂੰ ਨਕਾਰ ਦਿੱਤਾ ਅਤੇ ਕਿਹਾ ਕਿ ਅਸੀਂ ਅੰਮ੍ਰਿਤਸਰ ਦੀ 1 ਇੰਚ ਜ਼ਮੀਨ ਵੀ ਲੜਾਈ ਤੋਂ ਬਿਨਾਂ ਨਹੀਂ ਛੱਡਾਂਗੇ। ਦਿੱਲੀ ਵਿੱਚ ਉਹਨਾਂ ਨੇ ਅਗਵਾਈ ਆਪਣੇ ਚੋਣਵੇਂ ਜਰਨੈਲਾਂ ਨੂੰ ਸੌਂਪ ਦਿੱਤੀ। ਜਨਰਲ ਨਰਿੰਦਰ ਸਿੰਘ ਉਸ ਵਕਤ ਸ਼ਾਇਦ ਬ੍ਰਿਗੇਡੀਅਰ ਸਨ। ਇਹਨਾਂ ਨੂੰ ਲੜਾਈ ਦੀ ਸਭ ਤੋਂ ਅਹਿਮ ਜ਼ਿੰਮੇਵਾਰੀ ਸੌਂਪੀ ਗਈ। ਇਹਨਾਂ ਨੂੰ ਦਿੱਲੀ ਬੁਲਾਇਆ ਅਤੇ ਲੜਾਈ ਦਾ ਇੰਚਾਰਜ ਬਣਾ ਦਿੱਤਾ। ਇਹਨਾਂ ਨੂੰ ਇੱਕਦਮ ਉਸੇ ਵਕਤ ਚਾਰਜ ਲੈਣ ਲਈ ਕਿਹਾ ਅਤੇ ਪੂਰੀਆਂ ਤਾਕਤਾਂ ਦੇ ਦਿੱਤੀਆਂ ਤੇ ਕਿਹਾ ਕਿ ਤੈਨੂੰ ਜਿਵੇਂ ਲੱਗਦਾ ਹੈ ਉਵੇਂ ਕਰ, ਜੋ ਚਾਹੀਦਾ ਹੈ ਉਹ ਕਰ। ਜਨਰਲ ਨਰਿੰਦਰ ਸਿੰਘ ਦੇ ਦਿਲ ਵਿੱਚ ਲਾਲ ਬਹਾਦਰ ਸ਼ਾਸਤਰੀ ਲਈ ਬਹੁਤ ਸਤਿਕਾਰ ਸੀ, ਕਿਉਂਕਿ ਉਹਨੇ ਉਸ ਵਕਤ ਸਹੀ ਫੈਸਲੇ ਹੋਣ ਦਿੱਤੇ ਅਤੇ ਉਹਨਾਂ ਨੂੰ ਲਾਗੂ ਕਰਵਾਇਆ। ਉਹ ਦੱਸਦੇ ਸਨ ਕਿ ਉਹ ਛੋਟੇ ਜਿਹੇ ਕੱਦ ਦਾ ਮਾੜਕੂ ਜਿਹਾ ਸਰੀਰ ਦਾ ਬੰਦਾ ਸੀ, ਪਰ ਕਮਾਲ ਦਾ ਇਨਸਾਨ ਸੀ। ਉਹ ਮੇਰੇ ਦਫ਼ਤਰ ਵਿੱਚ ਵੀ ਬਿਨਾਂ ਝਿਜਕ ਆ ਜਾਂਦਾ ਸੀ ਅਤੇ ਹੌਸਲਾ ਅਫਜ਼ਾਈ ਵੀ ਕਰਦਾ ਸੀ ਤੇ ਪੁੱਛਦਾ ਸੀ ਹੋਰ ਕਿਸ ਚੀਜ਼ ਦੀ ਜ਼ਰੂਰਤ ਹੈ। ਪਾਕਿਸਤਾਨ ਦੇ ਇਰਾਦੇ ਨੂੰ ਅਸਫਲ ਕਰਨ ਵਿੱਚ ਸ਼ਾਸਤਰੀ ਦੀ ਅਗਵਾਈ ਦਾ ਬਹੁਤ ਯੋਗਦਾਨ ਹੈ। ਜਨਰਲ ਨਰਿੰਦਰ ਸਿੰਘ ਕਹਿੰਦੇ ਸਨ ਕਿ ਜਵਾਹਰ ਲਾਲ ਨਹਿਰੂ ਦੇ ਮੁਕਾਬਲੇ ਲਾਲ ਬਹਾਦਰ ਸ਼ਾਸਤਰੀ ਵੱਡਾ ਬੰਦਾ ਸੀ। ਜਨਰਲ ਨਰਿੰਦਰ ਸਿੰਘ ਦੱਸਦੇ ਸੀ ਕਿ ਉਹਨਾਂ ਨੇ ਜ਼ਿੰਮੇਵਾਰੀ ਲੈਂਦਿਆਂ ਹੀ ਭਾਰਤ ਦੇ ਮੌਜੂਦਾ ਅਤੇ ਪੁਰਾਣੇ ਸਭ ਤੋਂ ਬਿਹਤਰ ਫੌਜੀ ਜਰਨੈਲਾਂ ਨੂੰ ਬੁਲਾਇਆ ਅਤੇ ਉਹਨਾਂ ਦੀ ਸਲਾਹ ਹੈ ਕਿ ਸਾਰੀਆਂ ਅਹਿਮ ਥਾਵਾਂ 'ਤੇ ਇਮਾਨਦਾਰ, ਲਾਇਕ ਤੇ ਲੜਾਕੂ ਜਰਨੈਲਾਂ ਨੂੰ ਲਾ ਦਿੱਤਾ। ਇਹਨਾਂ ਵਿੱਚੋਂ ਬਹੁਤੇ ਸਿੱਖ ਸਨ। ਜਨਰਲ ਹਰਬਖਸ਼ ਸਿੰਘ ਦੇ ਇਰਾਦੇ ਨੇ ਪਹਿਲਾਂ ਹੀ ਜੰਗ ਦਾ ਮੁਹਾਨ ਪਾਕਿਸਤਾਨ ਦੇ ਖਿਲਾਫ ਕਰ ਦਿੱਤਾ ਸੀ ਅਤੇ ਪੰਜਾਬ ਦੇ ਲੋਕ ਵੀ ਫੌਜ ਦੇ ਬਰਾਬਰ ਲੜਨ ਨੂੰ ਤਿਆਰ ਹੋ ਗਏ ਸੀ ਅਤੇ ਹਰ ਤਰ੍ਹਾਂ ਦੀ ਸੇਵਾ ਕਰ ਰਹੇ ਸੀ। ਜਨਰਲ ਨਰਿੰਦਰ ਸਿੰਘ ਦਾ ਕਹਿਣਾ ਸੀ ਕਿ ਜਿਸ ਤਰੀਕੇ ਨਾਲ ਪੰਜਾਬ ਦੇ ਸਿੱਖਾਂ ਨੇ 1965 ਅਤੇ 1971 ਵਿੱਚ ਭਾਰਤੀ ਫੌਜ ਦਾ ਸਾਥ ਦਿੱਤਾ, ਉਸ ਤਰ੍ਹਾਂ ਭਾਰਤ ਵਿੱਚ ਤਾਂ ਕਿ ਦੁਨੀਆ ਵਿੱਚ ਵੀ ਬਹੁਤ ਥੋੜ੍ਹੀਆਂ ਥਾਵਾਂ ਉੱਪਰ ਫੌਜ ਨੂੰ ਲੋਕਾਂ ਦਾ ਇੰਨਾ ਜ਼ਿਆਦਾ ਸਾਥ ਮਿਲਦਾ ਹੈ। ਇਸ ਨਾਲ ਫੌਜ ਦਾ ਹੌਸਲਾ ਬਹੁਤ ਵੱਧ ਗਿਆ ਅਤੇ ਇਹ ਲੜਾਈ ਸਿੱਖਾਂ ਲਈ ਧਰਮ ਯੁੱਧ ਵਾਂਗ ਹੋ ਗਈ। ਜਨਰਲ ਨਰਿੰਦਰ ਸਿੰਘ ਨੇ ਇੱਕ ਹੋਰ ਬੜਾ ਦਿਲਚਸਪ ਬਿਰਤਾਂਤ ਸੁਣਾਇਆ ਕਿ ਜੰਗ ਦੇ ਸ਼ੁਰੂ ਵਿੱਚ ਭਾਰਤੀ ਫੌਜ ਦਹਿਲ ਗਈ ਸੀ ਅਤੇ ਫੌਜੀ ਹਥਿਆਰ ਛੱਡ ਕੇ ਪਿੱਛੇ ਭੱਜਣ ਲੱਗ ਪਏ ਸਨ। ਕੁਝ ਅਫਸਰ ਵੀ ਮੈਦਾਨ ਛੱਡ ਆਏ ਸਨ। ਜਦੋਂ ਉਹਨਾਂ ਨੇ ਕਮਾਲ ਸੰਭਾਲੀ ਤਾਂ ਸਭ ਤੋਂ ਪਹਿਲਾਂ ਉਹਨਾਂ ਨੇ ਇਸ ਰੁਝਾਨ ਵੱਲ ਧਿਆਨ ਦਿੱਤਾ। ਉਹਨਾਂ ਦੀ ਆਪਣੀ ਜ਼ੁਬਾਨੀ। ਮੈਂ ਉਸ ਵਕਤ ਮਹਿੰਦਰ ਸਿੰਘ ਲੰਮਾ, ਜਿਸ ਨੂੰ ਮਹਿੰਦਰ ਲੰਮਾ ਕਹਿੰਦੇ ਸਨ, ਜੋ ਲੈਫਟੀਨੈਂਟ ਜਨਰਲ ਦੇ ਅਹੁਦੇ ਤੋਂ ਰਿਟਾਇਰਡ ਹੋਇਆ ਸੀ, ਉਹਨੂੰ ਗੱਡੀ ਭੇਜ ਕੇ ਉਸੇ ਵਕਤ ਮੈਂ ਦਿੱਲੀ ਪਹੁੰਚਣ ਲਈ ਹੁਕਮ ਦਿੱਤਾ। ਉਸ ਵਕਤ ਪੰਜਾਬ ਵਿੱਚ ਉਹ ਆਪਣੇ ਘਰ ਸਾਦਾ ਜੀਵਨ ਬਿਤਾ ਰਿਹਾ ਸੀ। ਉਹ ਬੜਾ ਤਕੜਾ ਅਤੇ ਸਖਤ ਫੌਜੀ ਜਰਨੈਲ ਸੀ। ਇਹੋ ਜਿਹੇ ਢਹਿੰਦੀ ਕਲਾ ਜਾਂ ਵਿਖੜੇ ਵਕਤ ਉਹੋ ਜਿਹੀ ਤਕੜੀ ਸ਼ਖਸੀਅਤ ਦੀ ਜ਼ਰੂਰਤ ਸੀ। ਕੁਝ ਘੰਟਿਆਂ ਵਿੱਚ ਹੀ ਉਹ ਲੈਫਟੀਨੈਂਟ ਜਨਰਲ ਦੀ ਪੂਰੀ ਵਰਦੀ ਵਿੱਚ ਮੇਰੇ ਸਾਹਮਣੇ ਪੇਸ਼ ਹੋਇਆ ਅਤੇ ਮੈਨੂੰ ਸਲੂਟ ਮਾਰਿਆ ਤੇ ਕਿਹਾ ਕਿ ਮੈਂ ਹੁਕਮ ਲਈ ਤਿਆਰ ਹਾਂ। ਉਸ ਵਕਤ ਪੰਜਾਬ ਦੀ ਹੱਦ ਉੱਤੇ ਜਿੱਥੇ ਫੌਜ ਦਾ ਮਨੋਬਲ ਡਿੱਗਿਆ ਹੋਇਆ ਸੀ, ਮੈਂ ਉਹਨੂੰ ਉਸ ਸਾਰੇ ਇਲਾਕੇ ਦੀ ਲਿਖਤੀ ਕਮਾਨ ਉਸ ਦੇ ਹੱਥ ਫੜਾ ਦਿੱਤੀ। ਉਹ ਉਸ ਵਕਤ ਉੱਥੋਂ ਚਲਿਆ ਗਿਆ ਅਤੇ ਸਿੱਧਾ ਜਾ ਕੇ ਅੰਮ੍ਰਿਤਸਰ ਦੀ ਸਰਹੱਦ ਉੱਪਰ ਜਿੱਥੇ ਲੜਾਈ ਹੋ ਰਹੀ ਸੀ ਉੱਥੇ ਪਹੁੰਚਿਆ। ਉਹਦੇ ਆਉਣ ਨਾਲ ਅਫਸਰਾਂ ਤੇ ਜਵਾਨਾਂ ਦਾ ਮਨੋਬਲ ਵਧਿਆ, ਕਿਉਂਕਿ ਉਹ ਬੜਾ ਕਾਬਲ ਜਰਨੈਲ ਸੀ ਅਤੇ ਸਭ ਉਸ ਤੋਂ ਭੈ ਖਾਂਦੇ ਸਨ। ਜਿਹੜੇ ਫੌਜੀ ਜੰਗ ਛੱਡ ਕੇ ਭੱਜ ਰਹੇ ਸਨ, ਉਹਨਾਂ ਨੂੰ ਪੇਸ਼ ਕਰਨ ਲਈ ਹੁਕਮ ਹੋਇਆ ਤੇ ਮੌਕੇ 'ਤੇ ਸਖਤ ਸਜ਼ਾ ਦਿੱਤੀ ਗਈ। ਸਪਸ਼ਟ ਸੁਨੇਹਾ ਦਿੱਤਾ ਕਿ ਭੱਜਣ ਵਾਲਿਆਂ ਦੀ ਇਹ ਸਜ਼ਾ ਹੋਵੇਗੀ, ਲੜੋ ਜਾਂ ਮਰੋ। ਸਾਰੀ ਸਰਹੱਦ ਦੇ ਨਾਲ ਉਸ ਨੇ ਇਸੇ ਤਰ੍ਹਾਂ ਹੀ ਕੀਤਾ। ਸਭ ਤੋਂ ਵੱਡੇ ਅਫਸਰ ਨੂੰ ਆਪਣੇ ਵਿੱਚ ਇੰਜ ਫਿਰਦਿਆਂ ਦੇਖ ਕੇ ਫੌਜੀ ਜਵਾਨਾਂ ਦਾ ਹੌਸਲਾ ਵੱਧ ਗਿਆ ਅਤੇ ਫੌਜਾਂ ਫਿਰ ਤੋਂ ਲੜਨ ਲੱਗ ਪਈਆਂ। ਉੱਪਰੋਂ ਪਿੰਡਾਂ ਦੇ ਲੋਕਾਂ ਦਾ ਵੀ ਪੂਰਾ ਸਾਥ ਮਿਲ ਰਿਹਾ ਸੀ। ਇਸ ਤਰੀਕੇ ਨਾਲ ਜੰਗ ਦਾ ਪਾਸਾ ਹੀ ਪਲਟ ਗਿਆ।
ਇਹੋ ਜਿਹੇ ਕਾਬਲ ਅਤੇ ਸਿਰਲੱਥ ਜਰਨੈਲ ਦੀ ਭਾਰਤੀ ਫੌਜ ਜਾਂ ਸਰਕਾਰ ਨੇ ਕਦੇ ਕੋਈ ਕਦਰ ਨਹੀਂ ਪਾਈ। ਇਸ ਕਰਕੇ ਇਹ ਗੱਲਾਂ ਉਹਨਾਂ ਦੇ ਇਤਿਹਾਸ ਵਿੱਚ ਵੀ ਨਹੀਂ ਆਈਆਂ, ਕਿਉਂਕਿ ਲੜਾਈ ਵਿੱਚੋਂ ਭੱਜਣ ਵਾਲੇ ਫੌਜੀ ਹੋਰਨਾਂ ਸੂਬਿਆਂ ਨਾਲ ਸੰਬੰਧਿਤ ਸਨ। ਮਹਿੰਦਰ ਲੰਮੇ ਦਾ ਜ਼ਿਕਰ ਪੰਜਾਬ ਵਿੱਚ ਵੀ ਨਹੀਂ ਆਇਆ ਕਿ ਉਹਨੇ ਕਿਸ ਤਰ੍ਹਾਂ ਹਾਰ ਨੂੰ ਜਿੱਤ ਵਿੱਚ ਬਦਲਿਆ। ਜਿੰਨਾ ਚਿਰ ਲੜਾਈ ਚੱਲਦੀ ਰਹੀ ਉਹ ਜਰਨੈਲ ਸਰਹੱਦ ਤੇ ਹੀ ਰਿਹਾ। ਉੱਥੇ ਫੌਜ ਦੇ ਨਾਲ ਹੀ ਸੌਂਦਾ ਅਤੇ ਖਾਂਦਾ ਪੀਂਦਾ ਸੀ। ਜੰਗ ਤੋਂ ਬਾਅਦ ਉਹ ਫਿਰ ਆਪਣੇ ਘਰ ਚਲਿਆ ਗਿਆ। ਭਾਰਤੀ ਫੌਜ ਵਿੱਚ ਤਰੱਕੀ ਅਤੇ ਇਨਾਮਾਂ ਦੀ ਵੰਡ ਵੀ ਕਾਣੀ ਹੁੰਦੀ ਹੈ। ਇੱਥੇ ਵੀ ਦੇਖਿਆ ਜਾਂਦਾ ਹੈ ਕਿ ਤੁਸੀਂ ਕਿਸ ਧਰਮ ਜਾਂ ਇਲਾਕੇ ਨਾਲ ਸੰਬੰਧਿਤ ਹੋ। ਰਾਜ ਕਰਨ ਵਾਲੀਆਂ ਜਮਾਤਾਂ ਜਿਵੇਂ ਬ੍ਰਾਹਮਣ, ਠਾਕਰ ਅਤੇ ਬਾਣੀਆਂ ਨੂੰ ਸਦਾ ਹੀ ਅੱਗੇ ਰੱਖਿਆ ਜਾਂਦਾ ਹੈ ਅਤੇ ਕਾਬਲੀਅਤ ਅਤੇ ਲਿਆਕਤ ਦਾ ਮੁੱਲ ਨਹੀਂ ਪੈਂਦਾ। ਜਿਹੜੇ ਅਫਸਰ ਆਜ਼ਾਦ ਅਤੇ ਨਿਰਪੱਖ ਹਸਤੀ ਦੇ ਮਾਲਕ ਹੋਣ ਅਤੇ ਕਿਸੇ ਅੱਗੇ ਨਾ ਝੁਕਣ, ਉਹਨਾਂ ਲਈ ਅੱਗੇ ਵਧਣਾ ਮੁਸ਼ਕਲ ਹੋ ਜਾਂਦਾ ਹੈ। ਜਾਤ ਪਾਤ, ਚਾਪਲੂਸੀ, ਖਿਦਮਤਗਾਰੀ ਅਤੇ ਰਿਸ਼ਵਤਖੋਰੀ ਵੀ ਆਪਣਾ ਅਸਰ ਅਦਾ ਕਰਦੀ ਹੈ। ਜਿਹੜਾ ਅਫਸਰ ਖੁਦਦਾਰ ਹੋਵੇ ਅਤੇ ਉੱਪਰੋਂ ਜਨਰਲ ਸੁਬੇਗ ਸਿੰਘ ਵਰਗਾ ਸਿੱਖ ਵੀ ਹੋਵੇ, ਉਹਦੇ ਲਈ ਇੱਥੇ ਰਾਹ ਬੰਦ ਹੋ ਜਾਂਦੇ ਹਨ। ਗੁਮਨਾਮੀ ਜਾਂ ਬਦਨਾਮੀ ਹੀ ਮਿਲਦੀ ਹੈ। ਉਸ ਵਕਤ ਜਦੋਂ ਪਾਕਿਸਤਾਨ ਕਸ਼ਮੀਰ ਅਤੇ ਪੱਛਮੀ ਸਰਹੱਦ 'ਤੇ ਅੱਗੇ ਵਧਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਫੌਜ ਦੀ ਹਾਈ ਕਮਾਂਡ ਨੇ ਫੈਸਲਾ ਕਰ ਲਿਆ ਕਿ ਅੰਮ੍ਰਿਤਸਰ ਦੀ ਸਰਹੱਦ ਤੋਂ ਸਿੱਧਾ ਲਾਹੌਰ ਵੱਲ ਨੂੰ ਵਧਿਆ ਜਾਵੇ। ਇਸ ਜੰਗੀ ਚਾਲ ਨਾਲ ਪਾਕਿਸਤਾਨ ਨੂੰ ਆਪਣੀ ਫੌਜ ਲਾਹੌਰ ਦੇ ਬਚਾਅ ਲਈ ਲਿਆਉਣੀ ਪਵੇਗੀ ਅਤੇ ਉਹਨਾਂ ਦੀ ਰਣਨੀਤੀ ਫੇਲ ਹੋ ਜਾਵੇਗੀ। ਜਨਰਲ ਨਰਿੰਦਰ ਸਿੰਘ ਦੱਸਦੇ ਹਨ ਕਿ ਇਹ ਯੋਜਨਾ ਲੈ ਕੇ ਫੌਜੀ ਜਰਨੈਲ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਕੋਲ ਗਏ। ਜਨਰਲ ਨਰਿੰਦਰ ਸਿੰਘ ਵੀ ਉਹਨਾਂ ਵਿੱਚ ਸਨ। ਪ੍ਰਧਾਨ ਮੰਤਰੀ ਅੱਗੇ ਸਾਰੀ ਵਿਉਂਤ ਨੂੰ ਰੱਖਿਆ। ਲਾਲ ਬਹਾਦਰ ਸ਼ਾਸਤਰੀ ਨੇ ਸਾਰੀ ਯੋਜਨਾ ਨੂੰ ਪੜ੍ਹਿਆ ਅਤੇ ਸਾਡੇ ਵੱਲ ਦੇਖਿਆ ਤੇ ਕਿਹਾ ਕਿ ਸਰਦਾਰ ਜੀ, ਕੀ ਇਹ ਜ਼ਰੂਰੀ ਹੈ? ਅਸੀਂ ਹਾਂ ਵਿੱਚ ਸਿਰ ਹਿਲਾਇਆ ਅਤੇ ਉਸਨੇ ਉਸੇ ਵਕਤ ਸਾਰੀ ਯੋਜਨਾ 'ਤੇ ਹਾਂ ਲਿਖ ਦਿੱਤੀ ਅਤੇ ਕਿਹਾ ਕਿ ਅੱਗੇ ਵਧੋ, ਪਾਕਿਸਤਾਨ ਦੇ ਦਿਲ 'ਤੇ ਹਮਲਾ ਕਰਨਾ। ਲਾਲ ਬਹਾਦਰ ਸ਼ਾਸਤਰੀ ਨੇ ਇੱਕਦਮ ਸਾਡੀ ਗੱਲ ਮੰਨ ਕੇ ਅਮਲ ਕਰ ਦਿੱਤਾ। ਸਾਨੂੰ ਬਹੁਤ ਖੁਸ਼ੀ ਹੋਈ। ਇਹ ਸ਼ਾਸਤਰੀ ਦਾ ਬਹੁਤ ਵੱਡਾ ਫੈਸਲਾ ਸੀ ਅਤੇ ਇਸ ਨੇ ਉਸ ਦਾ ਕੱਦ ਬਹੁਤ ਉੱਚਾ ਕਰ ਦਿੱਤਾ। ਅਸੀਂ ਸਿੱਧਾ ਲਾਹੌਰ ਵੱਲ ਨੂੰ ਕੂਚ ਕਰ ਦਿੱਤਾ। ਪਾਕਿਸਤਾਨ ਨੇ ਕਦੀ ਸੋਚਿਆ ਵੀ ਨਹੀਂ ਸੀ ਕਿ ਅਸੀਂ ਇੰਜ ਕਰ ਸਕਦੇ ਹਾਂ। ਸਾਨੂੰ ਰਾਹ ਵਿੱਚ ਬਹੁਤ ਥੋੜ੍ਹੀ ਰੁਕਾਵਟ ਹੀ ਮਿਲੀ, ਜਿਸ ਨੂੰ ਸਾਫ਼ ਕਰ ਦਿੱਤਾ। ਅਸੀਂ ਕੁਝ ਘੰਟਿਆਂ ਵਿੱਚ ਹੀ ਬਰਕੀ ਪਹੁੰਚ ਗਏ, ਜਿੱਥੋਂ ਲਾਹੌਰ ਸਾਡੀ ਮਾਰ ਵਿੱਚ ਆ ਗਿਆ। ਪਾਕਿਸਤਾਨੀ ਫੌਜ ਵਿੱਚ ਹਾਹਾਕਾਰ ਮਚ ਗਈ ਅਤੇ ਉਸਨੇ ਲਾਹੌਰ ਦੀ ਰੱਖਿਆ ਲਈ ਕਸ਼ਮੀਰ ਅਤੇ ਪੱਛਮੀ ਸਰਹੱਦ ਤੋਂ ਫੌਜਾਂ ਵਾਪਸ ਬੁਲਾ ਲਈਆਂ। ਇਸ ਤਰ੍ਹਾਂ ਪਾਕਿਸਤਾਨ ਦਾ ਕਸ਼ਮੀਰ ਨੂੰ ਹਾਸਲ ਕਰਨ ਦਾ ਮਨਸੂਬਾ ਧਰਿਆ ਧਰਾਇਆ ਰਹਿ ਗਿਆ। ਇਹ ਸਾਰਾ ਕੁਝ ਰਾਜਸੀ ਅਗਵਾਈ ਵੱਲੋਂ ਸਹੀ ਫੈਸਲੇ ਅਤੇ ਸਹੀ ਬੰਦਿਆਂ ਨੂੰ ਯੋਗ ਜ਼ਿੰਮੇਵਾਰੀਆਂ ਦੇਣ ਕਰਕੇ ਹੋਇਆ। ਇਹ ਜੰਗ ਤੋਂ ਬਾਅਦ ਦੇਸ਼ ਵਿੱਚ ਸਿੱਖਾਂ ਪ੍ਰਤੀ ਇੱਜ਼ਤ ਹੋਰ ਵੱਧ ਗਈ ਅਤੇ ਪੰਜਾਬੀ ਸੂਬਾ ਵੀ ਇਸ ਬਦਲੇ ਹੋਏ ਹਾਲਾਤ ਕਾਰਨ ਹੀ ਬਣਿਆ। ਨਹੀਂ ਤਾਂ ਇੰਦਰਾ ਗਾਂਧੀ ਅਤੇ ਹੋਰ ਸਾਰੇ ਕਾਂਗਰਸੀ ਆਗੂ ਇਸ ਦੇ ਖਿਲਾਫ ਸਨ। ਉਸ ਵਕਤ ਅਸੀਂ ਸਰਕਾਰ ਨੂੰ ਫੌਜ ਵਿੱਚ ਜਵਾਨਾਂ ਅਤੇ ਅਫਸਰਾਂ ਦੀ ਭਰਤੀ ਵਧਾਉਣ ਲਈ ਕਿਹਾ ਅਤੇ ਸਰਕਾਰ ਨੇ ਮੰਨ ਲਿਆ। ਉਸ ਵਕਤ SSC ਸ਼ਾਰਟ ਸਰਵਿਸ ਕਮਿਸ਼ਨ ਰਾਹੀਂ ਪੰਜਾਬ ਦੇ ਬਹੁਤ ਨੌਜਵਾਨਾਂ ਦੀ ਭਰਤੀ ਹੋਈ। 1971 ਦੀ ਜੰਗ। ਬੰਗਲਾਦੇਸ਼ ਨੂੰ ਆਜ਼ਾਦ ਕਰਨ ਬਾਰੇ ਜਨਰਲ ਨਰਿੰਦਰ ਸਿੰਘ ਨੇ ਕਿਹਾ ਕਿ ਮੁਕਤੀ ਵਾਹਿਨੀ ਬੰਗਲਾਦੇਸ਼ ਦੀ ਜੰਗਜੂ ਫੌਜ ਅਸਲ ਵਿੱਚ ਭਾਰਤੀ ਫੌਜ ਦੀ ਹੀ ਖੜੀ ਕੀਤੀ ਹੋਈ ਸੀ ਅਤੇ ਇਸ ਵਿੱਚ ਜ਼ਿਆਦਾ ਭਾਰਤੀ ਫੌਜੀ ਹੀ ਸਨ ਅਤੇ ਬੰਗਾਲੀ ਘੱਟ ਸਨ। ਇਸ ਨੂੰ ਜਥੇਬੰਦ ਕਰਨ ਵਿੱਚ ਜਨਰਲ ਸੁਬੇਗ ਸਿੰਘ ਦਾ ਸਭ ਤੋਂ ਅਹਿਮ ਕੰਮ ਸੀ। ਉਹ ਭਾਰਤੀ ਫੌਜ ਵਿੱਚ ਉੱਥੇ ਜਾਣ ਵਾਲਿਆਂ ਦਾ ਮੁਖੀ ਸੀ ਅਤੇ ਉਹਨੇ ਬੰਗਲਾਦੇਸ਼ ਜਾ ਕੇ ਇਸ ਗੁਰੀਲਾ ਫੌਜ ਦੀ ਅਗਵਾਈ ਕੀਤੀ ਅਤੇ ਪਾਕਿਸਤਾਨੀ ਫੌਜ ਦਾ ਸਭ ਤੋਂ ਜ਼ਿਆਦਾ ਨੁਕਸਾਨ ਕੀਤਾ। ਉੱਥੇ ਹਾਲਾਤ ਇਹ ਬਣ ਗਿਆ ਕਿ ਪਾਕਿਸਤਾਨ ਦੀ 90,000 ਫੌਜ ਜਿਹੜੀ ਪੂਰੀ ਤਰ੍ਹਾਂ ਸ਼ਾਸਤਰਾਂ ਨਾਲ ਤਿਆਰ ਸੀ, ਉਹਦਾ ਮਨੋਬਲ ਟੁੱਟ ਗਿਆ ਅਤੇ ਉਹ ਹਥਿਆਰ ਸੁੱਟਣ 'ਤੇ ਮਜਬੂਰ ਹੋ ਗਈ। ਇਸ ਵਿੱਚ ਜਨਰਲ ਸੁਬੇਗ ਸਿੰਘ ਦੀ ਅਗਵਾਈ ਦਾ ਭਰਪੂਰ ਯੋਗਦਾਨ ਸੀ, ਕਿਉਂਕਿ ਉਹਨਾਂ ਨੇ ਫੌਜ ਨੂੰ ਬੈਰਕਾਂ ਤੱਕ ਹੀ ਰਹਿਣ ਲਈ ਮਜਬੂਰ ਕਰ ਦਿੱਤਾ ਜਦੋਂ ਤੱਕ ਭਾਰਤੀ ਫੌਜ ਨੇ ਆ ਕੇ ਉਹਨਾਂ ਨੂੰ ਘੇਰ ਨਹੀਂ ਲਿਆ। ਪਾਕਿਸਤਾਨ ਦਾ ਸਭ ਤੋਂ ਵੱਡਾ ਜਰਨੈਲ ਅਬਦੁੱਲਾ ਖਾਨ ਨਿਆਜ਼ੀ ਸੀ। ਉਹ ਹਥਿਆਰ ਸੁੱਟਣ ਨੂੰ ਮੰਨ ਗਿਆ, ਪਰ ਉਸਨੇ ਇਹ ਸ਼ਰਤ ਰੱਖੀ ਕਿ ਮੈਂ ਕਿਸੇ ਸਿੱਖ ਜਰਨੈਲ ਦੇ ਸਾਹਮਣੇ ਆਤਮ ਸਮਰਪਣ ਕਰਾਂਗਾ। ਇਹ ਗੱਲ ਭਾਰਤ ਦੀ ਹਕੂਮਤ ਨੇ ਕਦੇ ਵੀ ਬਾਹਰ ਨਹੀਂ ਆਉਣ ਦਿੱਤੀ। ਇਸ ਕਰਕੇ ਉਸਨੇ ਜਨਰਲ ਜਗਜੀਤ ਸਿੰਘ ਅਰੋੜਾ ਦੇ ਸਾਹਮਣੇ ਹਥਿਆਰ ਸੁੱਟੇ। ਪਾਕਿਸਤਾਨ ਲਈ ਇਹ ਬਹੁਤ ਹੀ ਨਮੋਸ਼ੀ ਵਾਲੀ ਗੱਲ ਸੀ, ਪਰ ਇਸ ਨਮੋਸ਼ੀ ਵਿੱਚ ਵੀ
ਉਹ ਹਿੰਦੂ ਅੱਗੇ ਹਥਿਆਰ ਸੁੱਟਣ ਨੂੰ ਤਿਆਰ ਨਹੀਂ ਸਨ। ਜਨਰਲ ਨਰਿੰਦਰ ਸਿੰਘ ਨੇ ਇੱਥੇ ਇੱਕ ਹੋਰ ਟਿੱਪਣੀ ਕੀਤੀ, ਸਿੱਖ ਫੌਜੀਆਂ ਦਾ ਹੋਰਨਾਂ ਫੌਜੀਆਂ ਨਾਲੋਂ ਬਹੁਤ ਵੱਡਾ ਫਰਕ ਇਹ ਹੈ ਕਿ ਇਹ ਮੁਸ਼ਕਲ ਹਾਲਾਤ ਵਿੱਚ ਵੀ ਭਾਵੇਂ ਇਹਨਾਂ ਦੀ ਗਿਣਤੀ ਥੋੜ੍ਹੀ ਹੋਵੇ ਜਾਂ ਅਸਲਾ ਘੱਟ ਹੋਵੇ, ਜੇ ਇਹਨਾਂ ਦੀ ਕਮਾਨ ਸਹੀ ਹੋਵੇ ਤਾਂ ਇਹਨਾਂ ਵਿੱਚ ਇਹ ਗੁਰੂ ਵੱਲੋਂ ਬਖਸ਼ਿਆ ਗੁਣ ਹੈ ਕਿ ਇਹ ਮੋਰਚਾ ਨਹੀਂ ਛੱਡਦੇ ਅਤੇ ਲੜ ਮਰਦੇ ਹਨ। ਇਹ ਲੜ ਕੇ ਮਰਨ ਦੀ ਪ੍ਰੇਰਨਾ ਉਹਨਾਂ ਨੂੰ ਸਿੱਖ ਇਤਿਹਾਸ ਵਿੱਚੋਂ ਹੀ ਮਿਲਦੀ ਹੈ। ਇੱਕ ਵਾਰ ਜਦੋਂ ਪ੍ਰੋਫੈਸਰ ਦਰਸ਼ਨ ਸਿੰਘ ਅਕਾਲ ਤਖਤ ਸਾਹਿਬ ਦੀ ਜਥੇਦਾਰੀ ਤੋਂ ਪਿੱਛੇ ਹਟੇ ਅਤੇ ਕਿਸੇ ਨਵੇਂ ਜਥੇਦਾਰ ਦੀ ਭਾਲ ਸ਼ੁਰੂ ਹੋਈ ਤਾਂ ਸੰਘਰਸ਼ਸ਼ੀਲ ਧਿਰਾਂ ਵਿੱਚੋਂ ਕਿਸੇ ਨੇ ਜਨਰਲ ਨਰਿੰਦਰ ਸਿੰਘ ਹੋਰਾਂ ਦਾ ਨਾਮ ਹੀ ਅੱਗੇ ਰੱਖਿਆ। ਉਸ ਸਮੇਂ ਇਸ ਬਾਰੇ ਚਰਚਾ ਵੀ ਹੋਈ। ਉਦੋਂ ਹਰ ਧਾਰਮਿਕ ਨਿਯੁਕਤੀ ਵਿੱਚ ਦਮਦਮੀ ਟਕਸਾਲ ਅਤੇ ਜਥੇਬੰਦੀਆਂ ਦਾ ਪ੍ਰਭਾਵ ਮੰਨਿਆ ਜਾਂਦਾ ਸੀ। ਜਨਰਲ ਨਰਿੰਦਰ ਸਿੰਘ ਦੀ ਇਹੋ ਜਿਹੀ ਕੋਈ ਇੱਛਾ ਨਹੀਂ ਸੀ ਅਤੇ ਉਹ ਆਪਣੇ ਆਪ ਨੂੰ ਇਸ ਉੱਚੀ ਪਦਵੀ ਦੇ ਯੋਗ ਹੀ ਨਹੀਂ ਸਮਝਦੇ ਸਨ, ਪਰ ਉਹਨਾਂ ਤਾਈਂ ਇਹ ਗੱਲ ਪਹੁੰਚਾਈ ਕਿ ਸੰਘਰਸ਼ ਵਿੱਚੋਂ ਕੁਝ ਲੋਕਾਂ ਨੇ ਉਹਨਾਂ ਦਾ ਹਾਸੋਹੀਣੇ ਤਰੀਕੇ ਨਾਲ ਵਿਰੋਧ ਕੀਤਾ, ਪਰ ਜਨਰਲ ਨਰਿੰਦਰ ਸਿੰਘ ਨੇ ਇਹਦਾ ਬੁਰਾ ਨਹੀਂ ਮਨਾਇਆ, ਸਗੋਂ ਇਹ ਗੱਲ ਨੂੰ ਹਾਸੇ ਵਿੱਚ ਹੀ ਟਾਲ ਦਿੱਤਾ। ਕਿਤਾਬ ਖਾੜਕੂ ਸੰਘਰਸ਼ ਦੀ ਸਾਖੀ ਭਾਗ ਦੂਜਾ, ਲੇਖਕ ਭਾਈ ਦਲਜੀਤ ਸਿੰਘ ਬਿੱਟੂ। ਤੁਸੀਂ ਸੁਣ ਰਹੇ ਸੀ 14ਵਾਂ ਭਾਗ, ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।